गुरुदेव पातशाह बचन करते ने कई कोट राजस तामस सातक। कई कोट का मतलब कई करोड़ा अनगिनत लोग। राजस का मतलब राजस तामस सातक, ये माया के तीन गुण ने। इन्हां तिन्नां गुणां दे विच विचर रहे ने और इन्हां तिन्नां गुणां नूं समझ लेना, इन्हां तिन्नां गुणां दी विचार विद्वान पुरुषां ने अपने अपने ख्याल मुताबक कीती है। ਹੁਣ ਰਾਜਸ ਤਾਮਸ ਔਰ ਸਾਤਕ ਅਸੀਂ ਆਪਣੇ ਜੀਵਨ ਵਿੱਚ ਕਿਵੇਂ ਸਮਝ ਸਕਦੇ ਹਾਂ, ਕਿਉਂਕਿ ਇਹ ਤਿੰਨ ਗੁਣ ਨੇ ਤੇ ਤਿੰਨੇ ਹੀ ਗੁਣਾਂ ਦੇ ਵਿੱਚ ਜੋ ਜੀਵ ਨੇ ਉਹ ਉਲਾਰੂ ਜ਼ਿੰਦਗੀ ਜੀ ਰਹੇ ਨੇ। ਰਾਜਸ ਦਾ ਮਤਲਬ ਹੁੰਦਾ ਹੈ ਰਜੋਗੁਣ, ਤੇ ਰਜੋਗੁਣ ਦਾ ਮਤਲਬ ਹੈ ਲਾਲਚ ਆਦਿਕ ਵਾਲੇ ਕਰਮ ਕਰਨੇ, ਲਾਲਚ ਵਿੱਚ ਜ਼ਿੰਦਗੀ ਜੀਣੀ। ਤੇ ਜਿਸ ਬੰਦੇ ਦੇ ਜੀਵਨ ਦੇ ਅੰਦਰ ਲਾਲਚ ਦਾ ਪ੍ਰਭਾਵ ਹੋਏਗਾ ਨਾ, ਉਹ ਬੰਦਾ ਜੀਵਨ ਦਾ ਸਹੀ ਰਾਸਤਾ ਨਹੀਂ ਅਪਣਾਏਗਾ। ਉਹ ਠੱਗੀਆਂ ਵੀ ਮਾਰੇਗਾ, ਚੋਰੀਆਂ ਵੀ ਕਰੇਗਾ, ਲਾਲਚ ਵੀ ਕਰੇਗਾ, ਰਿਸ਼ਵਤ ਵੀ ਲਏਗਾ, ਬੇਗਾਨੇ ਹੱਕ ਵੀ ਖਾਏਗਾ। ਉਹ ਲਾਲਚ ਅਧੀਨ ਸਾਰੇ ਕਰਮ ਕਰੇਗਾ। ਲਾਲਚ ਕਿਹਨੂੰ ਕਹਿੰਦੇ ਨੇ? ਨਜਾਇਜ਼ ਢੰਗਾਂ ਦੇ ਨਾਲ ਅਪ੍ਰਾਪਤ ਵਸਤੂ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ ਲਾਲਚ। ਦਸਾਂ ਨਵਾਂ ਦੀ ਕਿਰਤ ਕਰਕੇ, ਇਮਾਨਦਾਰੀ ਨਾਲ ਕੰਮ ਕਰਕੇ ਪੈਸਾ ਕਮਾਣਾ, ਆਪਣੇ ਪਰਿਵਾਰ ਨੂੰ ਚਲਾਣਾ, ਆਪਣੀਆਂ ਲੋੜਾਂ ਪੂਰੀਆਂ ਕਰਨੀਆਂ, ਇਹ ਲਾਲਚ ਨਹੀਂ ਹੈ, ਇਹ ਕਿਰਤ ਹੈ। ਲੇਕਿਨ ਜੋ ਲਾਲਚੀ ਬੰਦਾ ਹੋਏਗਾ ਉਹਦੇ ਜੀਵਨ ਦਾ ਬੇਸ ਝੂਠ, ਫਰੇਬ ਆਦਿਕ ਬਣ ਜਾਏਗਾ। ਤਾਂ ਉਲਾਰੂ ਜੀਵਨ ਹੈ, ਕੇਵਲ ਲਾਲਚ ਦੇ ਅੰਦਰ ਤੇ ਆਪਣੇ ਈਮਾਨ ਨੂੰ, ਧਰਮ ਨੂੰ, ਇਨਸਾਨੀਅਤ ਨੂੰ ਛੱਡ ਦਿੰਦਾ ਬੰਦਾ। ਤਾਮਸ ਦਾ ਮਤਲਬ ਹੈ ਤਮੋਗੁਣ, ਅਗਿਆਨ। ਕੁਛ ਲੋਕ ਨੇ ਅਗਿਆਨਤਾ ਵਸ ਕਰਮ ਕਰੀ ਜਾਂਦੇ ਨੇ, ਐਸੇ ਕਰਮ ਜਿਨ੍ਹਾਂ ਕਰਮਾਂ ਦਾ ਜੀਵਨ ਦੇ ਅੰਦਰ ਕੋਈ ਲਾਭ ਵੀ ਨਹੀਂ ਹੈ। ਜਿਵੇਂ ਧਰਮ ਦੀ ਦੁਨੀਆ ਵਿੱਚ ਅਸੀਂ ਦੇਖਦੇ ਹਾਂ, ਅਸਰਾਧ ਨੇ ਹੁਣ ਗਏ ਤਾਂ ਇਹਨਾਂ ਦਾ ਕੋਈ ਲਾਭ ਤਾਂ ਹੈ ਨਹੀਂ ਕਿ ਸਾਡੇ ਬਜ਼ੁਰਗਾਂ ਨੂੰ ਜੇ ਤਾਂ ਜਿਹੜੇ ਗੁਜ਼ਰ ਗਏ ਨੇ ਪ੍ਰਸ਼ਾਦਾ ਪਾਣੀ ਮਿਲ ਜਾਂਦਾ ਹੋਏ ਤਾਂ ਫਿਰ ਠੀਕ ਹੈ। ਪਰ ਜਦੋਂ ਐਸਾ ਕੋਈ ਸਿਸਟਮ ਹੀ ਨਹੀਂ ਹੈ ਤਾਂ ਫਿਰ ਇਹ ਸਰਾਧ ਵਗੈਰਾ ਕਰਨੇ ਅਗਿਆਨਤਾ ਭਰਿਆ ਕਰਮ ਹੈ ਨਾ। ਕਿੰਨੇ ਸਾਰੇ ਐਸੇ ਕਰਮ ਨੇ, ਵਰਤ ਨੇ, ਨਰਾਤੇ ਨੇ, ਸਰਾਧ ਨੇ, ਤੀਰਥ ਇਸ਼ਨਾਨ ਨੇ, ਜਾਂ ਜਪ ਤਪ ਸੰਜਮ ਨੇ, ਜੰਗਲਾਂ ਅੰਦਰ ਚਲੇ ਜਾਣਾ ਹੈ, ਜਾਂ ਹੋਰ ਐਸੇ ਜਿਹੜੇ ਕਰਮ ਨੇ, ਇਹ ਸਾਰੇ ਅਗਿਆਨਤਾ ਭਰੇ ਕਰਮ ਬੰਦਾ ਕਰਦਾ ਹੈ, ਉਲਾਰੂ ਜ਼ਿੰਦਗੀ ਹੈ। ਤੀਜਾ ਹੈ ਸਾਤਕ। ਸਾਤਕ ਦਾ ਮਤਲਬ ਸਤੋਗੁਣ। ਇੱਥੇ ਸਤੋਗੁਣ ਦਾ ਮਤਲਬ ਹੈ ਕਿ ਤਿਆਗ ਕਰ ਜਾਣਾ ਸੰਸਾਰ ਦਾ, ਸੰਸਾਰ ਨੂੰ ਗਲਤ ਸਮਝ ਕੇ ਸੰਸਾਰ ਹੀ ਛੱਡ ਜਾਣਾ, ਸਾਰਾ ਕੁਝ ਛੱਡ ਹੀ ਦੇਣਾ। ਲਾਲਚ ਵਾਲੇ ਕਰਮ ਵੀ ਨਹੀਂ, ਅਗਿਆਨਤਾ ਵਾਲੇ ਕਰਮ ਵੀ ਨਹੀਂ, ਤੇ ਛੱਡ ਹੀ ਗਏ, ਕੋਈ ਕੰਮ ਹੀ ਨਹੀਂ ਕਰਨਾ ਜੰਗਲ ਵਿੱਚ ਵੀ। ਇਹਨੂੰ ਕਹਿੰਦੇ ਨੇ ਸਤਗੁਣ। ਤਾਂ ਇਹ ਤਿੰਨੇ ਹੀ ਉਲਾਰੂ ਨੇ। ਜੇ ਇਕੱਲੇ ਲਾਲਚ ਵਿੱਚ ਬੰਦਾ ਖਚਤ ਰਵੇ ਤਾਂ ਸਮਾਜ ਅੰਦਰ ਸੁਖ ਸ਼ਾਂਤੀ ਨਹੀਂ ਰਹੇਗੀ। ਜੇ ਅਗਿਆਨਤਾ ਭਰੇ ਕਰਮ ਕਰਾਂਗੇ ਤਾਂ ਵੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ ਨਹੀਂ ਰਹਿਣੀ। ਔਰ ਜੇ ਸਾਰੇ ਬੰਦੇ ਲੋਕ ਤਿਆਗ ਵੀ ਜਾਣ, ਕੰਮ ਕਰਨ ਹੀ ਨਾ, ਤਾਂ ਵੀ ਜ਼ਿੰਦਗੀ ਨਹੀਂ ਚੱਲ ਸਕਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਰੋੜਾਂ ਐਸੇ ਲੋਕ ਨੇ, ਅਣਗਿਣਤ ਲੋਕ ਨੇ, ਜੋ ਕੋਈ ਰਾਜਗੁਣ ਵਿੱਚ, ਕੋਈ ਤਮ ਗੁਣ ਵਿੱਚ ਔਰ ਕੋਈ ਸਤਗੁਣ ਦੇ ਅੰਦਰ ਖਚਤ ਹੈ। ਇਹਨਾਂ ਦੇ ਵਿੱਚ ਹੀ ਜ਼ਿੰਦਗੀ ਗੁਜ਼ਾਰੀ ਜਾ ਰਹੀ। ਕਈ ਕੋਟ वेद पुराण सिमृत अर शास्त्र। ਕਰੋੜਾਂ ਲੋਕ ਨੇ, ਅਣਗਿਣਤ ਲੋਕ, ਜਿਹੜੇ ਵੇਦ ਪੁਰਾਣ ਸਿਮਰਤੀਆਂ ਸ਼ਾਸਤਰਾਂ ਦੇ ਪੜ੍ਹਨ ਵਾਲੇ ਨੇ। ਉਹ ਕੇਵਲ ਸਿਮਰਤੀਆਂ ਸ਼ਾਸਤਰ ਵੇਦ ਹੀ ਪੜ੍ਹ ਰਹੇ ਨੇ ਤੇ ਉਹਨਾਂ ਮੁਤਾਬਕ ਦੱਸੇ ਹੋਏ ਕਰਮ ਕਾਂਡ ਕਰ ਰਹੇ ਨੇ। ਅਣਗਿਣਤ ਲੋਕ ਨੇ ਐਸੇ ਧਰਮ ਗ੍ਰੰਥਾਂ ਦਾ, ਆਪਣੇ ਆਪਣੇ ਮਜ਼ਹਬ ਧਰਮ ਦੇ ਗ੍ਰੰਥਾਂ ਦਾ ਪਠਨ ਪਾਠਨ ਕਰ ਰਹੇ ਨੇ। ਵੇਦ ਸ਼ਾਸਤਰ ਸਿਮਰਤੀਆਂ ਇਹਨਾਂ ਦਾ ਪਠਨ ਪਾਠਨ ਕਰ ਰਹੇ ਨੇ, ਇੱਕ ਨਹੀਂ ਅਨੇਕਾਂ ਲੋਕ। ਕਈ ਕੋਟ ਕੀਏ ਰਤਨ ਸਮੁੰਦ। ਹੁਣ ਕਰੋੜਾਂ ਹੀ ਕਿਸਮ ਦੇ ਰਤਨ ਨੇ, ਕੀਮਤੀ ਪਦਾਰਥ ਨੇ, ਸਮੁੰਦਰ ਨੇ। ਵੈਸੇ ਹਿੰਦੂ ਮੈਥੋਲੋਜੀ ਮੁਤਾਬਕ ਕਿਹਾ ਜਾਂਦਾ ਹੈ ਕਿ ਦੇਵਤਿਆਂ ਔਰ ਦੈਂਤਾਂ ਨੇ ਸਮੁੰਦਰ ਰਿੜਕਿਆ ਤੇ ਉਹਦੇ ਚੋਂ 14 ਰਤਨ ਨਿਕਲੇ। ਹੁਣ ਗੁਰੂ ਜੀ ਕਹਿੰਦੇ ਨੇ ਇੱਥੇ ਰਤਨ 14 ਨਹੀਂ, ਅਨੰਤ ਰਤਨ ਨੇ, ਅਨੇਕਾਂ ਕੀਮਤੀ ਪਦਾਰਥ ਨੇ, ਸਮੁੰਦਰ ਨੇ।
इन्हां चीज़ां दा कोई किसी भी किस्म दे नाल ना अंत नहीं है। अनंत ने ये सारियां चीज़ां, रत्नां दा, कीमती वस्तुआं दा, कीमती गुणां दा कोई भी अंत नहीं है, अनंत ने। कई कोट नाना प्रकार जंत, नाना दा मतलब कई किस्म दे, नाना प्रकार कई किस्म दे, कई किस्मां दे करोड़ां जीव ने, कोई एक किस्म नहीं है, करोड़ां किस्मां ने, करोड़ां किस्म दे जीव ने। जिवें पशु पंछी ने, आकाश विच उड्डण वाले ने, जल विच रहण वाले ने, फिर जल विच रहण वालियां दीयां अनंत किस्मां ने, धरती ते रहण वालियां दीयां अनंत किस्मां ने, आकाश विच विचरण वालियां दीयां अनंत किस्मां ने। किन्ने किस्म दे जंत ने, करोड़ां प्रकार दे, अनेकां प्रकार दे, अनेकां किस्मां दे जीव जंत इस संसार दे अंदर पैदा कीते ने। कई कोट किए चिर जीवे, चिर जीवे का मतलब लंबा चिर जिउण वाले, लंबी उम्र वाले। बहुत सारे ऐसे जीव ने जिन्हां दी बड़ी लंबी उम्र है, लंबी उम्र भोगदे ने इस दुनिया विच। देखो हुण कई लोग ने, जे असीं मनुख मात्र नूं वेखीए तां कई बच्चे ने मां दे पेट विच ही मौत हो गई, कई जमदिया मर गए, कोई घंटे 2 घंटे बाद मर गया, कोई 50 साल जी गया, कोई 100 साल जी गया। इस तरह ਦੇ ਅਸੀਂ ਪੂਰੇ ਜੀਵ ਜੰਤੂਆਂ ਨੂੰ ਵੇਖੀਏ ਤਾਂ ਉਹਨਾਂ ਜੀਵ ਜੰਤੂਆਂ ਵਿੱਚ ਬਹੁਤ ਸਾਰੇ ਜੀਵ ਜੰਤੂ ਨੇ ਜਿਨ੍ਹਾਂ ਦੀਆਂ ਲੰਮੀਆਂ ਉਮਰਾਂ ਹੁੰਦੀਆਂ ਨੇ, ਅਨੇਕਾਂ ਨੇ ਲੰਮੀਆਂ ਉਮਰਾਂ ਵਾਲੇ। ਕਈ ਕੋਟ ਗਿਰੀ ਮੇਰ ਸੁਰਨ ਥੀਵੇ, ਗਿਰੀ ਮੇਰ ਪਹਾੜੀਆਂ, ਸੁਮੇਰ ਸੋਨੇ ਦੇ ਪਰਬਤ, यानी जिन्हां दे विचों सोना आदिक निकलता है। करोड़ां ही सुमेरू पर्वत ने, करोड़ां ही सोने दे पर्वत ने, भाव जिन्हां विचों सोना निकलता है। ऐसे अनेकां पहाड़ियां ने, अनेकां पहाड़ ने। जे असीं इस धरती की ही गल करिए तां कितने सारे पर्वत ने, किन्ने थावां तो सोना आदिक निकलता है। ते फिर इस धरती की ही गल नहीं, इस दुनिया विच किन्नियां धरतियां होणगियां, उन्हां दा अंत नहीं है। किन्ने ग्रह ने, उन्हां दा अंत नहीं है। ते किथे किथे सोना मिल सकता है जां होर चीज़ां मिल सकदियां ने, किन्ना किन्ना मिल सकता है। इन्हां चीज़ां दा कोई अंत नहीं है। ये सब हर शै प्रभु की अनंत है। कई कोट जख किन्नर पिसाच, जख इनू पढ़ना है जख, असली शब्द जिहड़ा है हिंदी का है यक्ष। यक्ष एक किस्म के देवते ने जो धन के देवते कुबेर के अधीन ने। किन्नर ये भी एक देवतियां की किस्मत है, किस्म है, जिन्हां दा धड़ मनुख दा हुंदा है और सिर घोड़े दा हुंदा है। पिशाच का मतलब नीवियां जातां दे बंदे। तां गुरु पातशाह जी कहंदे ने करोड़ा इत्थे यक्ष ने, करोड़ा किन्नर ने, करोड़ा ही पिशाच, नीवियां जातां दे मतलब नीवियां किस्मां दे लोक ने, नीवियां किस्मां दे बंदे ने। यक्ष जिहड़ा है ये देवतियां दे खजानची कुबेर दी सभा दे विच किन्नर जिहड़े ने वो नाच करदे ने। किन्नर ते जख देवतियां दीयां जातां ने। पिशाच भी देवतियां दी एक घटिया जात है। आरियां दे पंजाब विच आउण वेले इत्थे कौम वसदी सी, उन्हां दा नाम ही पिशाच है। किन्नरां दा धड़ मनुख दा ते मूंह घोड़े दा दस्सिया जांदा है। ये दस्सिया जांदा है, ये कोई प्रूव नहीं, ये कोई प्रूव नहीं दस्सिया जांदा है। गुरु जी जिहड़ियां प्रचलित चीज़ां ने, प्रचलित नाम ने, उन्हां नूं वरत रहे ने और प्रभु परमात्मा की अनंतता दर्शा रहे ने। कई कोट भूत प्रेत सूकर मृगाच, करोड़ा ही इत्थे भूत प्रेत सूकर और मृगाच ने। सूकर का मतलब सूर, मृगाच नु मतलब मृग नूं अच खाण वाले शेर, इत्थे मृगाच का मतलब शेर। हुण ये सारियां चीज़ां अनंत ने, पर इत्थे भूत प्रेत बारे थोड़ी जी मैं विचार आप दे नाल जरूर साझी करदे हां। भूत कौन है? जो इंसान सच दे नालों टुटिया होया है, नामहीन फिरें बेताल। नाम तो हीने मनुख भूतने ने, गुरबाणी विच उन्हां भूतां नूं मन्निया है। जिहड़े नाम तो हीने ने वो ने असली भूत, बाकी मैथोलॉजी है, मिथ है। गुरु जी का पावन वचन है, कबीर जा कर साधना सेवियें, हर की सेवा नाहें, ते कर मरहट सारखे,
ਭੂਤ ਵਸੈ ਤਿਨ ਮਾਹਿ। ਜਿਨ੍ਹਾਂ ਘਰਾਂ ਵਿੱਚ ਰੱਬੀ ਹੁਕਮ ਦੀ ਪਾਲਣਾ ਨਹੀਂ ਹੁੰਦੀ, ਜਿਨ੍ਹਾਂ ਘਰਾਂ ਵਿੱਚ ਰੱਬ ਦੇ ਗੁਣ ਨਹੀਂ, ਜਿਨ੍ਹਾਂ ਘਰਾਂ ਵਿੱਚ ਸੱਚਾਈ ਵਾਲਾ ਜੀਵਨ ਨਹੀਂ, ਉਹ ਘਰ ਮੜੀਆਂ ਦੇ ਬਰਾਬਰ ਹੁੰਦੇ ਨੇ। ਤੇ ਉਹਨਾਂ ਘਰਾਂ ਵਿੱਚ ਵਸਣ ਵਾਲੇ ਲੋਕ ਸੱਚ ਦੇ ਨਾਲੋਂ ਜੋ ਟੁੱਟੇ ਹੋਏ ਲੋਕ ਨੇ, ਉਹ ਹੀ ਭੂਤ ਨੇ। ਨਾਮਹੀਨ ਫਿਰੇ ਬੇਤਾਲ, ਸੱਚ ਤੋਂ ਹੀਣੇ ਬੰਦੇ ਹੀ ਭੂਤ ਨੇ। ਤੇ ਪ੍ਰੇਤ ਕੌਣ ਹੈ? ਕਲ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ। ਉਹ ਪ੍ਰੇਤ ਹੈ ਜਿਨੇ ਸਾਰਿਆਂ ਦੇ ਅੰਦਰ ਰੱਬ ਦੀ ਪਛਾਣ ਨਹੀਂ ਕੀਤੀ, ਜੋ ਹਰ ਇੱਕ ਦੇ ਅੰਦਰ ਰੱਬ ਨੂੰ ਨਹੀਂ ਵੇਖਦਾ, ਜਿਹੜਾ ਬੰਦਿਆਂ ਨਾਲ ਬੰਦਿਆਂ ਵਰਗਾ ਵਿਹਾਰ, ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਦਾ, ਉਹ ਪ੍ਰੇਤ ਹੈ। ਦੂਜੀ ਗੱਲ, ਮਾਇਆ ਮੋਹ ਸਭ ਪ੍ਰੇਤ ਹੈ। ਜੋ ਮਾਇਆ ਦੇ ਮੋਹ ਵਿੱਚ ਜੀ ਰਹੇ ਨੇ, ਉਹ ਸਾਰੇ ਪ੍ਰੇਤ ਹੀ ਨੇ। ਤੀਜੀ ਗੱਲ, ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ। ਜੋ ਇੱਕ ਰੱਬ ਨੂੰ ਛੱਡ ਕੇ, ਇੱਕ ਸੱਚ ਨੂੰ ਛੱਡ ਕੇ ਦਵੈਤ ਵਿੱਚ ਲੱਗੇ ਨੇ, ਉਹ ਸਾਰੇ ਦੇ ਸਾਰੇ ਪ੍ਰੇਤ ਹੀ ਨੇ। ਜਿੰਨ ਕੌਣ ਨੇ? ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿੱਖਦਾਰ। ਜੇ ਸੱਚ ਦੇ ਨਾਲੋਂ ਟੁੱਟਿਆ ਹੋਇਆ ਬੰਦਾ ਜਿਹੜਾ ਹੈ, ਉਹ ਜਿੰਨ ਹੈ। ਸੱਚ ਨਾਲੋਂ ਟੁੱਟਿਆ ਹੋਇਆ ਬੰਦਾ ਜਿੰਨ ਹੈ। ਤੇ ਸੱਚ ਦੇ ਨਾਲੋਂ ਜੇ ਕੋਈ ਬੱਚਾ ਟੁੱਟਿਆ ਹੈ, ਤਾਂ ਉਹ ਜਨੂਰਾ ਜਿੰਨ ਦਾ ਬੱਚਾ ਹੈ। ਜੇ ਕੋਈ ਬੇਟੀ ਸੱਚ ਨਾਲੋਂ ਟੁੱਟੀ ਹੈ, ਤਾਂ ਉਹ ਜਨੂਰੀ ਜਿੰਨ ਦੀ ਬੇਟੀ ਹੈ। ਤੇ ਜੇ ਘਰ ਵਾਲੀ ਔਰਤ ਸੱਚ ਨਾਲੋਂ ਟੁੱਟੀ, ਤੇ ਜਿਨ੍ਹਾਂ ਦੀ ਜਥੇਦਾਰਨੀ ਹੈ, ਜੋ ਜਿਨ੍ਹਾਂ ਦਾ ਸਿੱਖਦਾਰ ਇਹਨਾਂ ਸਾਰਿਆਂ ਦੀ ਵੱਡੀ ਹੈ। ਯਾਨੀ ਜਿੰਨ ਕੌਣ ਹੋਇਆ? ਜੋ ਇਨਸਾਨ ਸੱਚ ਨਾਲੋਂ ਟੁੱਟ ਗਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਈ ਕਰੋੜਾਂ ਨੇ ਭੂਤ ਪ੍ਰੇਤ ਸੂਕਰ ਮਿਰਗਾਚ ਆਦਿਕ, ਯਾਨੀ ਰੱਬ ਦੀ ਇਹ ਕਾਇਨਾਤ ਅਨੰਤ ਹੈ। ਸਭ ਤੇ ਨੇੜੇ ਸਭ ਹੂੰ ਤੇ ਦੂਰ। ਪਰ ਜੋ ਰੱਬ ਹੈ, ਉਹ ਇਹਨਾਂ ਸਾਰਿਆਂ ਦੇ ਨੇੜੇ ਹੈ ਤੇ ਸਾਰਿਆਂ ਤੋਂ ਦੂਰ ਵੀ ਹੈ, ਨਿਰਲੇਪ ਹੈ। ਸਭ ਤੇ ਨੇੜੇ, ਸਭ ਤੇ ਨੇੜੇ ਦਾ ਮਤਲਬ ਸਾਰਿਆਂ ਦੇ ਨੇੜੇ ਹੈ। ਸਭ ਹੂੰ ਤੇ ਦੂਰ, ਤੇ ਸਾਰਿਆਂ ਦੇ ਨੇੜੇ ਵੀ ਤੇ ਸਾਰਿਆਂ ਤੋਂ ਦੂਰ ਵੀ। ਹੁਣ ਕਈ ਵਾਰ ਇਹੋ ਜਿਹੀ ਗੱਲ ਸਮਝ ਨਹੀਂ ਨਾ ਆਉਂਦੀ ਕਿ ਸਾਰਿਆਂ ਤੋਂ ਨੇੜੇ ਵੀ ਹੋਵੇ ਤੇ ਦੂਰ ਵੀ ਹੋਵੇ। ਇਹ ਕਿਵੇਂ ਹੋ ਸਕਦਾ? ਹੁਣ ਮੈਂ ਆਪਣੇ ਘਰਦਿਆਂ ਦੇ ਨੇੜੇ ਨਹੀਂ ਨਾ, ਉਹਨਾਂ ਤੋਂ ਦੂਰ ਆ, 5-6 ਹਜ਼ਾਰ ਕਿਲੋਮੀਟਰ ਦੂਰ ਬੈਠਾ। ਤੇ ਜਿਨ੍ਹਾਂ ਦੇ ਜਿੱਥੇ ਮੈਂ ਉਹਨਾਂ ਦੇ ਕੋਲ ਹੋਵਾਂਗਾ, ਫਿਰ ਨੇੜੇ ਹੋਵਾਂਗਾ। ਜਾਂ ਨੇੜੇ ਹੋ ਸਕਣਾ ਜਾਂ ਦੂਰ ਹੋ ਸਕਣਾ। ਪਰ ਰੱਬ ਬਾਰੇ ਇਹ ਗੱਲ ਨਹੀਂ ਹੈ, ਕਿਉਂਕਿ ਰੱਬ ਇੱਕ ਆਕਾਸ਼ ਵਿੱਚ ਵੱਖਰਾ ਬੈਠਾ ਨਹੀਂ ਨਾ ਦੂਰ। ਰੱਬ ਤੇ ਸਰਬ ਵਿਆਪਕ ਹੈ। ਘਟ ਘਟ ਮੈਂ ਹਰ ਜੂ ਬਸੈ, ਇਸ ਲਈ ਉਹ ਸਾਡੇ ਨੇੜੇ ਹੈ। ਸਾਡੇ ਨੇੜੇ ਹੈ ਤੇ ਦੂਰ ਕਿਵੇਂ ਹੈ? ਦੇਖੋ, ਜਦੋਂ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਕਰਨਾ ਹੀ ਨਹੀਂ, ਤੇ ਸਾਡੇ ਤੋਂ ਦੂਰ ਹੀ ਹੋਇਆ ਨਾ। ਸੱਚ ਸਾਡੇ ਨੇੜੇ ਹੈ, ਅੰਦਰ ਵਸਦਾ ਹੈ ਨਾ ਸੱਚ। ਸਾਰਿਆਂ ਦੇ ਅੰਦਰ ਹੈ ਸੱਚ। ਸਾਰਿਆਂ ਦੇ ਅੰਦਰ ਹੈ ਦਇਆ, ਸਾਰਿਆਂ ਦੇ ਅੰਦਰ ਹੈ ਪ੍ਰੇਮ, ਸਾਰਿਆਂ ਦੇ ਅੰਦਰ ਇਨਸਾਨੀਅਤ ਹੈ ਨਾ ਭੈਣੋ? ਕਿਉਂ ਵੀਰੋ, ਹੈ ਨਾ? ਹਾਂ। ਤੇ ਜੇ ਅਸੀਂ ਸੱਚ ਨੂੰ ਯੂਜ਼ ਨਹੀਂ ਕਰਦੇ, ਫਿਰ ਸਾਡੇ ਤੋਂ ਦੂਰ ਹੀ ਹੋਇਆ ਨਾ। ਜੇ ਅਸੀਂ ਨਿਰਵੈਰਤਾ ਵਾਲੀ ਜ਼ਿੰਦਗੀ ਨਹੀਂ ਜੀਂਦੇ, ਸਾਡੇ ਤੋਂ ਤਾਂ ਨਿਰਵੈਰਤਾ ਦੂਰ ਹੋਈ ਹੈ। ਮੇਰੇ ਅੰਦਰ ਪ੍ਰੇਮ ਭਰਿਆ ਹੋਇਆ ਹੈ, ਪਰ ਮੈਂ ਪ੍ਰੇਮ ਦੇ ਨਾਲ ਜ਼ਿੰਦਗੀ ਜੀਂਦਾ ਨਹੀਂ। ਮੈਂ ਵਰਤੋਂ ਵਿੱਚ ਈਰਖਾ ਨੂੰ ਲਿਆਉਣਾ, ਤਾਂ ਪ੍ਰੇਮ ਮੇਰੇ ਤੋਂ ਦੂਰ ਹੀ ਹੋਇਆ ਨਾ। ਇਸ ਲਈ ਹੁਣ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਰੱਬ ਦੇ ਨੇੜੇ ਰਹਿਣਾ ਹੈ ਕਿ ਦੂਰ ਰਹਿਣਾ ਹੈ। ਰੱਬ ਸਭ ਥਾਂ ਤੇ ਵਿਆਪਕ ਹੈ, ਸਾਰਿਆਂ ਦੇ ਨੇੜੇ ਹੈ। ਜੇ ਲੋਕ ਸਮਝਣ, ਜੇ ਲੋਕ ਉਹਨਾਂ ਗੁਣਾਂ ਨੂੰ ਗਾਣ, ਉਹਦੀ ਰਜਾ ਵਿੱਚ ਤੁਰਨ, ਤਾਂ ਨੇੜੇ ਹੈ। ਤੇ ਜੇ ਨਾ ਉਹਨਾਂ ਚੀਜ਼ਾਂ ਨੂੰ ਮੰਨਣ, ਤੇ ਉਹਨਾਂ ਤੋਂ ਦੂਰ। ਅਸੀਂ ਕਹਿੰਦੇ ਨਾ, ਚੁੱਲ੍ਹੇ ਪਿੱਛੇ ਪਰਦੇਸ ਹੁੰਦਾ ਹੈ। ਇਸ ਲਈ ਸਾਰਿਆਂ ਤੋਂ ਨੇੜੇ ਹੈ ਔਰ ਸਾਰਿਆਂ ਦੇ ਦੂਰ ਹੈ। ਨਾਨਕ ਆਪ ਅਲਿਪਤ ਰਹਿਆ ਭਰਪੂਰ। ਇੱਥੇ ਨਾਨਕ ਤੇ ਥੋੜਾ ਜਿਹਾ ਵਿਸ਼ਰਾਮ ਲਗਾਣਾ ਹੈ। ਨਾਨਕ ਆਪ ਅਲਿਪਤ ਰਹਿਆ ਭਰਪੂਰ। ਅਲਿਪਤ ਦਾ ਮਤਲਬ ਅਲੇਪ, ਬੇਦਾਗ। ਸੰਸਾਰ ਦੇ ਅੰਦਰ ਪਰਿਪੂਰਨ ਹੈ, ਵਿਆਪਕ ਹੈ, ਪਰ ਵਿਆਪਕ ਹੁੰਦਾ ਹੋਇਆ ਵੀ ਨਿਰਲੇਪ ਹੈ। ਉਹਦੇ ਉੱਤੇ ਕੋਈ ਦੋਸ਼ ਨਹੀਂ, ਕੋਈ ਦਾਗ ਨਹੀਂ, ਕੋਈ ਧੱਬਾ ਨਹੀਂ, ਉਹਦੇ ਅੰਦਰ ਕੋਈ ਵਿਕਾਰ ਨਹੀਂ। ਜਿਵੇਂ ਕਮਲ ਦਾ ਫੁੱਲ ਪਾਣੀ ਦੇ ਅੰਦਰ ਹੁੰਦਾ, ਪਾਣੀ ਤੋਂ ਅਲੇਪ ਹੈ ਨਾ, ਚਿੱਕੜ ਤੋਂ ਅਲੇਪ ਹੈ। ਰੱਬ ਇਸ ਜਗਤ ਵਿੱਚ ਰਹਿੰਦਾ ਹੋਇਆ ਉਹ ਅਲੇਪ ਹੈ। ਜਿਹੜੀ ਸਾਡੇ ਅੰਦਰ ਐਨਰਜੀ ਹੈ,
वो एनर्जी ਤਾਂ ਅਲੇਪ ਹੈ। ਇਸ ਸੰਸਾਰ ਦੇ ਅੰਦਰ ਜਿਹੜਾ ਸਿਸਟਮ ਹੈ, ਜੋ ਰੱਬ ਦਾ ਹੁਕਮ ਹੈ, ਲਾ ਆਫ ਨੇਚਰ ਹੈ, ਉਹ ਤੇ ਅਲੇਪ ਹੈ। ਉਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਵੀ ਉਹ ਕਿਸੇ ਦੇ ਨਾਲ ਵਿਤਕਰਾ ਕਰੇ ਕਿ ਕਿਸੇ ਦੇ ਘਰ ਸੂਰਜ ਸਵੇਰੇ 6 ਵਜੇ ਚੜਾ ਦੇ ਤੇ ਦੂਜਿਆਂ ਦੇ ਘਰ 8 ਵਜੇ ਚੜਾਏ। ਐਵੇਂ ਨਾ, ਸੂਰਜ ਨੇ ਇੱਕੋ ਟਾਈਮ ਨਾਲ ਬਾਹਰ ਆਉਣਾ ਹੈ, ਦਿਸਣਾ ਹੈ, ਇੱਕੋ ਟਾਈਮ ਨਾਲ ਸ਼ਾਮ ਹੋਣੀ ਹੈ। ਇੱਕੋ ਧਰਤੀ ਹੈ, ਇੱਕੋ ਹਵਾ ਹੈ, ਇੱਕ ਹੀ ਪੌਣ ਪਾਣੀ ਬੈਸੰਤਰ, ਸਾਰਾ ਸਿਸਟਮ ਇੱਕ ਹੈ। ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ। ਮੇਰ ਤੇਰ ਦੇ ਵਿਤਕਰਿਆਂ ਤੋਂ ਨਿਰਲੇਪ ਹੈ, ਆਪ ਅਲਿਪਤ ਹੈ। ਤਾਂ ਇਹ ਚੀਜ਼ ਸਮਝਣੀ ਹੈ ਕਿ ਰੱਬ ਅਨੰਤ ਹੈ ਔਰ ਅਨੰਤ ਪਸਾਰਾ ਪ੍ਰਭੂ ਦਾ ਹੈ। ਆਪ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਇਹ ਰੱਬ ਦੀ ਹੀ ਖੇਲ ਹੈ। ਰੱਬ ਸਾਰਿਆਂ ਦੇ ਨੇੜੇ, ਸਾਰਿਆਂ ਤੋਂ ਦੂਰ ਹੈ। ਹੁਣ ਇਹ ਅਸਾਂ ਡਿਸਾਈਡ ਕਰਨਾ ਹੈ ਕਿ ਅਸੀਂ ਨਜ਼ਦੀਕ ਰਹਿਣਾ ਹੈ ਜਾਂ ਅਸੀਂ ਦੂਰ ਰਹਿਣਾ ਹੈ। ਕਈ ਕੋਟ ਪਾਤਾਲ ਕੇ ਵਾਸੀ, ਕਰੋੜਾਂ ਐਸੇ ਜੀਵ ਨੇ ਜਿਹੜੇ ਪਤਾਲ ਦੇ ਵਾਸੀ ਨੇ। ਪਤਾਲ ਦਾ ਮਤਲਬ ਨੀਵੀਆਂ ਥਾਵਾਂ ਵਿੱਚ ਰਹਿਣ ਵਾਲੇ, ਪਾਣੀ ਦੀ ਗਹਿਰਾਈ ਵਿੱਚ ਰਹਿਣ ਵਾਲੇ ਨੇ, ਨੀਵੀਆਂ ਥਾਵਾਂ ਵਿੱਚ ਰਹਿਣ ਵਾਲੇ ਨੇ। ਕਰੋੜਾਂ ਨੇ ਐਸੇ ਜੀਵ ਜੰਤ। ਕਈ ਕੋਟ ਨਰਕ ਸੁਰਗ ਨਿਵਾਸੀ, ਕਰੋੜਾਂ ਹੀ ਜੀਵ ਨਰਕਾਂ ਤੇ ਸੁਰਗਾਂ ਵਿੱਚ ਵਸਦੇ ਨੇ। ਹੁਣ ਇੱਥੇ ਨਰਕਾਂ ਸੁਰਗਾਂ ਦਾ ਮਤਲਬ ਮਰਨ ਤੋਂ ਬਾਅਦ ਵਾਲੇ ਨਰਕ ਨਹੀਂ ਕਿ ਮਰਨ ਤੋਂ ਬਾਅਦ ਜਾ ਕੇ ਲੋਕ ਨਰਕਾਂ ਵਿੱਚ ਪੈਂਦੇ ਨੇ ਜਾਂ ਮਰਨ ਤੋਂ ਬਾਅਦ ਸਵਰਗਾਂ ਵਿੱਚ ਪੈਂਦੇ ਨੇ। ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਇਹ ਚੀਜ਼ਾਂ ਮੰਨੀਆਂ ਜਾਂਦੀਆਂ ਸੀ। ਅੱਜ ਵੀ ਲੋਕ ਬਹੁਤੇ ਮੰਨਦੇ ਨੇ ਕਿ ਮਰਨ ਤੋਂ ਬਾਅਦ ਨਰਕ ਹੈ। ਮਾੜੇ ਕਰਮ ਕਰੋਗੇ ਨਰਕਾਂ ਵਿੱਚ ਪਾਓਗੇ, ਚੰਗੇ ਕਰਮ ਕਰੋਗੇ ਸਵਰਗਾਂ ਵਿੱਚ ਜਾਓਗੇ। ਇਹ ਲੋਕ ਮੰਨਦੇ ਨੇ, ਪਰ ਗੁਰਮਤਿ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਗੁਰੂ ਜੀ ਨੇ ਰੱਦ ਕੀਤਾ ਹੈ ਇਹਨਾਂ ਚੀਜ਼ਾਂ ਨੂੰ। ਕਹਿਣ ਲੱਗੇ ਸੁਰਗ ਬਾਸ ਨਾ ਬਾਂਛੀਐ, ਡਰੀਏ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮੰਨੈ ਨਾ ਕੀਜੇ ਆਸ। ਤੇ ਨਾਲ ਕਹਿੰਦੇ ਨੇ ਅਸੀਂ ਇਸ ਨਰਕ ਔਰ ਸੁਰਗ ਦੀ ਜਿਹੜੀ ਵਿਚਾਰਧਾਰਾ ਹੈ, ਇਹਨਾਂ ਦੋਵਾਂ ਨੂੰ ਰੱਦ ਕਰ ਦਿੱਤਾ ਹੈ। ਕਵਨ ਨਰਕ ਜਾਂ ਸੁਰਗ ਵਿਚਾਰਾ, ਸੰਤਨ ਦੋ ਰਾਦੇ। ਹਮ ਕਾਹੂ ਕੀ ਕਾਨ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਇਸ ਲਈ ਇੱਥੇ ਨਰਕ ਦਾ ਮਤਲਬ ਹੈ ਦੁੱਖ ਤੇ ਸੁਰਗ ਦਾ ਮਤਲਬ, ਸੁਰਗ ਦਾ ਮਤਲਬ ਹੈ ਸੁੱਖ। ਨੂੰ ਸੁਰਗ ਨਹੀਂ ਪੜਨਾ, ਸੁਰਗ ਪੜਨਾ ਹੈ, ਸੁਰਗ। ਕਈ ਕੋਟ ਨਰਕ ਸੁਰਗ ਨਿਵਾਸੀ, ਕਰੋੜਾਂ ਹੀ ਜੀਵ ਨੇ ਜਿਹੜੇ ਸੁਖੀ ਨੇ ਔਰ ਦੁਖੀ ਨੇ। ਆਪਣੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਹੈ ਤਾਂ ਲੋਕਾਂ ਨੇ ਆਪ ਹੀ ਬਣਾਇਆ ਹੋਇਆ ਨਾ। ਹੁਣ ਦੇਖੋ, ਅਸੀਂ ਸਾਰੇ ਵੀਰ ਭੈਣਾਂ ਇੰਡੀਆ ਤੋਂ ਆਏ ਹਾਂ। ਇੱਥੇ ਆਣ ਕੇ ਅਸੀਂ ਇੰਡੀਆ ਦੇ ਸਿਸਟਮ ਨੂੰ ਸਮਝ ਕੇ ਬੋਲਦੇ ਹਾਂ ਨਾ ਕਿ ਉੱਥੇ ਕਿੰਨੀ ਗੜਬੜ ਹੈ। ਟ੍ਰੈਫਿਕ ਦੀ ਦੇਖ ਲਓ, ਲੋਕ ਲਾਲ ਬੱਤੀਆਂ ਤੇ ਹੌਰਨ ਮਾਰੀ ਜਾਂਦੇ ਨੇ, ਲਾਲ ਬੱਤੀਆਂ ਤੋਂ ਕੱਢੀ ਜਾਂਦੇ ਨੇ। ਬਿਨਾਂ ਸ਼ੱਕ ਤੋਂ ਅੱਜ ਕੱਲ੍ਹ ਸੜਕਾਂ ਬੜੀਆਂ ਵਧੀਆ ਬਣਾ ਦਿੱਤੀਆਂ ਨੇ, ਰੋਡ ਮਾਰਕਿੰਗ ਵੀ ਕੀਤੀ ਹੈ, ਪਰ ਲੋਕ ਰੋਡ ਮਾਰਕਿੰਗ ਦੀ, ਟ੍ਰੈਫਿਕ ਦੇ ਨਿਯਮਾਂ ਦੀ ਪਰਵਾਹ ਨਹੀਂ ਨਾ ਕਰਦੇ। ਕਿੰਨੇ ਐਕਸੀਡੈਂਟ ਹੁੰਦੇ ਨੇ। ਇਹਨਾਂ ਦੇਸ਼ਾਂ ਵਿੱਚ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਫੋਲੋ ਕਰ ਰਹੇ ਨੇ। ਤਾਂ ਫੋਲੋ ਤੇ ਉੱਥੇ ਵੀ ਕਰ ਸਕਦੇ ਨੇ ਪਰ ਨਹੀਂ ਕਰਦੇ। ਇਸ ਲਈ ਜ਼ਿੰਦਗੀ ਨਰਕ ਬਣ ਗਈ ਨਾ। ਜਿੱਥੇ ਜੀ ਕੀਤਾ, ਜਿਹੜੀ ਚੀਜ਼ ਖਾਈ ਉੱਥੇ ਸੁੱਟ ਦਿੱਤੀ। ਪਾਰਕ ਇੱਥੇ ਵੀ ਨੇ, ਉੱਥੇ ਵੀ ਨੇ। ਹੁਣ ਇੱਥੇ ਥਾਂ ਥਾਂ ਤੇ ਬਿਨ ਲੱਗੇ ਨੇ ਨਾ। ਕੋਈ ਚੀਜ਼ ਖਾਈ ਪੀਵੀ ਤੇ ਜਿਹੜਾ ਲਿਫਾਫੇ ਨੇ ਜਾਂ ਕੋਈ ਗਲਾਸ ਹੈ ਜਾਂ ਬੋਤਲ ਹੈ, ਉਹ ਬਿਨ ਵਿੱਚ ਪਾ ਦਿੱਤੀ। ਸਾਫ਼ ਸਫਾਈ ਹੈ। ਪਰ ਉੱਥੇ ਲੋਕ ਐਵੇਂ ਨਹੀਂ ਕਰਦੇ। ਅਸੀਂ ਵੀ ਨਹੀਂ ਸੀ ਨਾ ਕਰਦੇ ਉੱਥੇ। ਇੱਥੇ ਆਣ ਕੇ ਆਦਤਾਂ ਬਦਲ ਗਈਆਂ। ਹੁਣ ਉੱਥੇ ਲੋਕੀ ਬਿਨ ਨਹੀਂ ਲੈ ਜਾਂਦੇ ਨੇ ਪੁੱਟ। ਤਾਂ ਨਰਕ ਬਣ ਗਿਆ ਨਾ, ਨਰਕ ਬਣ ਗਿਆ। ਜਿਹੜੇ ਆ ਗਟਰ ਨੇ, ਇਹਨਾਂ ਦੇ ਉੱਤੇ ਜਿਹੜੇ ਢੱਕਣ ਲਾਏ ਹੁੰਦੇ ਨੇ, ਲੋਕ ਉਹ ਹੀ ਲੈ ਜਾਂਦੇ ਨੇ ਚੁੱਕ ਕੇ। ਪਿੱਛੇ ਇੰਡੀਆ ਦੇ ਅੰਦਰ ਟ੍ਰੇਨ ਚਲਾਈ, LCD ਵਗੈਰਾ, ਲੋਕੀ LCDਆਂ ਲਾ ਕੇ ਲੈ ਗਏ, ਸੀਟਾਂ ਪਾੜ ਗਏ। ਹੁਣ ਉੱਥੇ ਦੇਖਦੇ ਹਾਂ ਅਸੀਂ ਬੈਂਕਾਂ ਦੇ ਅੰਦਰ ਪੈਨ ਨੂੰ ਵੀ ਇੱਕ ਜੰਜੀਰ ਨਾਲ ਬੰਨਿਆ ਹੁੰਦਾ ਹੈ। ਪਾਣੀ ਪੀਣ ਵਾਲੀ ਗੜਵੀ ਬੰਨੀ ਹੁੰਦੀ ਜੰਜੀਰ ਨਾਲ। ਹੁਣ ਜਿੱਥੇ ਪਾਣੀ ਪੀਣ ਵਾਲੀ ਗੜਵੀ ਵੀ ਜੰਜੀਰ ਨਾਲ ਬੰਨਣੀ ਪਵੇ ਤਾਂ ਪ੍ਰੋਬਲਮ ਹੈ ਨਾ। ਤਾਂ ਇਹਨੂੰ ਕਹਿੰਦੇ ਨੇ ਨਰਕ ਸੁਰਗ। ਬੰਦਾ ਆਪਣੀ ਜ਼ਿੰਦਗੀ ਨੂੰ ਆਪ ਨਰਕ ਬਣਾ ਲੈਂਦਾ, ਆਪ ਸੁਰਗ ਬਣਾ ਲੈਂਦਾ। ਸਾਡਾ ਘਰ ਪਰਿਵਾਰ ਹੈ, ਜੇ ਸਾਰੇ ਜੀ ਪ੍ਰੇਮ ਨਾਲ ਰਹਿੰਦੇ ਨੇ, ਜੇ ਉਹਨਾਂ ਦਾ ਆਚਰਨ ਆਦਰਸ਼ ਚੰਗਾ ਹੈ, ਸੋਚ ਚੰਗੀ ਹੈ, ਤਾਂ ਘਰ ਸਵਰਗ ਹੈ। ਤੇ ਜੇ ਜੀ ਆਪਸ ਦੇ ਵਿੱਚ ਲੜਦੇ ਨੇ, ਇੱਕ ਦੂਜੇ ਦਾ ਕਦਰ ਸਤਿਕਾਰ ਨਹੀਂ ਕਰਦੇ, ਤਾਂ ਘਰ ਨਰਕ ਬਣ ਜਾਏਗਾ। ਇਹਦਾ ਮਤਲਬ ਸੁਰਗ ਦਾ ਮਤਲਬ ਹੈ ਸੁੱਖ ਔਰ ਨਰਕ ਦਾ ਮਤਲਬ ਦੁੱਖ। ਤਾਂ ਗੁਰੂ ਜੀ ਕਹਿੰਦੇ ਨੇ ਕਰੋੜਾਂ ਹੀ ਲੋਕ ਐਸੇ ਨੇ ਜਿਹੜੇ ਸੁਖੀ ਨੇ
और दुखी ने सुख और दुख वाली जिंदगी जी रहे ने। कई कोट जन्मे हैं जीवें मरे। कई कोट का मतलब करोड़ा, जन्मे का मतलब जमदे ने, जिउंदे ने और मर जाते ने। जन्म लिया, जीवन जीव्या ते मर गए। कोई खट्टी नहीं खट्टी, ਉਹਨਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕੋਈ ਦੇਣ ਨਹੀਂ। ਸਿਰਫ ਜਨਮ ਲਿਆ, ਜੀਵੇ और ਅਖੀਰ ਮਰ ਗਏ। ਪਰ ਕੁਝ ਲੋਕ ਇਸ ਦੁਨੀਆ ਵਿੱਚ ਐਸੇ ਨੇ ਜਿਨ੍ਹਾਂ ਨੇ ਜਨਮ ਲਿਆ ਲੇਕਿਨ ਜ਼ਿੰਦਗੀ ਐਸ਼ ਢੰਗ ਦੇ ਨਾਲ ਜੀਵੀ ਕਿ ਸੰਸਾਰ ਨੂੰ ਬਹੁਤ ਕੁਛ ਦੇ ਗਏ, ਤੇ ਮਰੇ ਐਸ਼ ਢੰਗ ਦੇ ਨਾਲ ਕਿ ਉਹਨਾਂ ਦੀ ਮੌਤ ਵੀ ਜ਼ਿੰਦਗੀ ਦੇ ਗਈ। ਉਹਨਾਂ ਦੀ ਮੌਤ ਵੀ ਜ਼ਿੰਦਗੀ ਦੇ ਗਈ ਲੋਕਾਂ ਨੂੰ। ਮਰਨਾ ਵੀ ਸਫਲ ਹੋ ਗਿਆ, ਜੀਵਣਾ ਵੀ ਸਫਲ ਹੋ ਗਿਆ, ਜਨਮ ਵੀ ਸਫਲ ਹੋ ਗਿਆ। ਜੇ ਅਸੀਂ ਅਰਦਾਸ ਦੇ ਅੰਦਰ ਜਿੰਨਾ ਵੀਰਾਂ ਭੈਣਾਂ ਦਾ ਅਸੀਂ ਰੋਜ਼ ਸਿੰਘਾਂ ਸਿੰਘਣੀਆਂ ਦਾ ਨਾਮ ਲੈਂਦੇ ਹਾਂ, ਦੇਖੋ ਜੀਵਨ ਜਨਮ ਲਿਆ, ਕਿੰਨੀ ਪਿਆਰੀ ਜ਼ਿੰਦਗੀ ਜੀਵੀ, ਸੰਸਾਰ ਨੂੰ ਸਮਾਜ ਨੂੰ ਕਿੰਨੀ ਦੇਣ ਦਿੱਤੀ, ਔਰ ਆਖਿਰ ਇਸ ਸੰਸਾਰ ਨੂੰ ਛੱਡ ਕੇ ਪ੍ਰਣਾਮ ਸ਼ਹੀਦਾਂ ਵਿੱਚ ਆ ਗਿਆ। ਜਦੋਂ ਤੱਕ ਇਸ ਦੁਨੀਆ ਦੇ ਉੱਤੇ ਇੱਕ ਸਿੱਖ ਵੀ ਰਹੇਗਾ ਨਾ, ਉਦੋਂ ਤੱਕ ਉਹਨਾਂ ਸਿੰਘਾਂ ਸਿੰਘਣੀਆਂ ਦਾ ਨਾਮ ਅਰਦਾਸ ਵਿੱਚ ਲਿਆ ਜਾਏਗਾ। ਮਾਨ ਆਦਰ ਮਿਲਿਆ ਨਾ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਾਂ 10 ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਇਸ ਦੁਨੀਆ ਵਿੱਚ ਆਏ, ਕਿੰਨਾ ਕੁਝ ਸੰਸਾਰ ਨੂੰ ਦਿੱਤਾ, ਇੱਕ ਨਵੀਂ ਸੋਚ ਦਿੱਤੀ। ਤਾਂ ਉਹਨਾਂ ਦਾ ਜੀਵਨਾ, ਉਹਨਾਂ ਦਾ ਆਉਣਾ ਜਾਣਾ ਸਫਲਾ ਹੋ ਗਿਆ। ਜੇ ਸਾਇੰਸ ਦੀ ਦੁਨੀਆ ਵਿੱਚ ਵੇਖੀ, ਕਿੰਨੇ ਸਾਰੇ ਵਿਗਿਆਨਿਕ ਨੇ, ਚਾਹੇ ਨਿਊਟਨ ਹੈ ਜਾਂ ਆਇਨਸਟਾਈਨ ਹੈ ਜਾਂ ਹੋਰ ਜਿਹੜੇ ਸਾਇੰਸਦਾਨ ਨੇ, ਮਨੋਵਿਗਿਆਨਿਕ, ਮਨੋਚਿਕਿਤਸਕ ਨੇ, ਉਹਨਾਂ ਨੇ ਜਨਮ ਲਿਆ, ਕਿੰਨਾ ਕੁਝ ਖੋਜਿਆ, ਕਿੰਨਾ ਕੁਝ ਸੰਸਾਰ ਨੂੰ ਦਿੱਤਾ। ਆਖਿਰ ਉਹ ਇਸ ਦੁਨੀਆ ਤੋਂ ਚਲੇ ਗਏ, ਪਰ ਲੋਕ ਯਾਦ ਰੱਖਦੇ ਨਾ, ਕਿਉਂਕਿ ਕੁਝ ਦੇਣ ਦੇ ਕੇ ਗਏ ਨੇ, ਉਹਨਾਂ ਦਾ ਜੀਵਨ ਸਫਲ ਹੈ। ਤੇ ਸਾਡੇ ਵਰਗੇ ਜਨਮ ਲਿਆ, ਜਿਵੇਂ ਤਿਵੇਂ ਜ਼ਿੰਦਗੀ ਗੁਜ਼ਾਰੀ ਔਰ ਅਖੀਰ ਮਰ ਗਏ। ਕਰੋੜਾਂ ਲੋਕ ਐਸੇ ਨੇ ਜਿਹੜੇ ਆਉਂਦੇ ਨੇ, ਜੀਵਨ ਜੀਂਦੇ ਨੇ ਔਰ ਚਲੇ ਜਾਂਦੇ ਨੇ। ਕਈ ਕੋਟ ਬਹੁਜੋਨੀ ਫਿਰੇ, ਕਰੋੜਾਂ ਹੀ ਐਸੇ ਨੇ ਜਿਹੜੇ ਬਹੁਤ ਸਾਰੀਆਂ ਜੂਨੀਆਂ ਵਿੱਚ ਫਿਰਦੇ ਨੇ। ਜ਼ਿੰਦਗੀ ਬੰਦੇ ਦੀ ਹੈ, ਜ਼ਿੰਦਗੀ ਬੰਦੇ ਦੀ ਹੈ, ਲੇਕਿਨ ਬੰਦੇ ਵਾਲੀ ਜ਼ਿੰਦਗੀ ਨਹੀਂ ਜੀ ਰਹੇ। ਕਦੇ ਉਹਨਾਂ ਦੀ ਬਿਰਤੀ ਕੁੱਤੇ ਵਾਲੀ ਬਣ ਜਾਂਦੀ ਹੈ, ਜਿਵੇਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਵੇ ਵਿਗਾਰੇ। ਹਲਕਿਆ ਹੋਇਆ ਬੰਦਾ, ਹਲਕਿਆ ਕੁੱਤਾ ਵੱਢਦਾ ਹੈ ਨਾ ਸਾਰਿਆਂ ਨੂੰ, ਆਪਣੇ ਮਾਲਕ ਨੂੰ ਵੀ ਵੱਢ ਖਾਂਦਾ। ਹਲਕਿਆ ਹੋਇਆ ਜਿਹਦੇ ਅੰਦਰ ਲੋਭ ਦਾ ਹਲਕਾ ਪੈ ਜਾਏ, ਉਹ ਬੇਗਾਨੇ ਹੱਕ ਖਾਈ ਜਾਂਦਾ ਕਿਸੇ ਵੀ ਕਿਸਮ ਦੇ ਨਾਲ। ਉਹਨੂੰ ਆਪਣੇ ਪਰਾਏ ਦੀ ਕੋਈ ਪਰਵਾਹ ਨਹੀਂ, ਚੰਗੇ ਮਾੜੇ ਦੀ ਕੋਈ ਪਰਵਾਹ ਨਹੀਂ। ਉਹਨੂੰ ਧਨ ਦੌਲਤ ਮਿਲਣਾ ਚਾਹੀਦਾ, ਕਿਸੇ ਵੀ ਢੰਗ ਨਾਲ ਮਿਲ ਜਾਏ, ਸੱਚ ਬੋਲ ਕੇ ਮਿਲ ਜਾਏ, ਝੂਠ ਬੋਲ ਕੇ ਮਿਲ ਜਾਏ, ਕਿਸੇ ਨੂੰ ਜੀਵਨ ਦੇ ਕੇ ਮਿਲ ਜਾਏ, ਕਿਸੇ ਨੂੰ ਕਤਲ ਕਰਕੇ ਮਿਲ ਜਾਏ। ਉਹਦੀ ਬਿਰਤੀ ਹੈ ਨਾ ਐਸੀ। ਤਾਂ ਜਦੋਂ ਐਸੀ ਬਿਰਤੀ ਹੁੰਦੀ ਹੈ, ਉਦੋਂ ਬੰਦਾ ਕੁੱਤੇ ਦੀ ਜੂਨ ਵਿੱਚ। ਜਦੋਂ ਬੰਦਾ ਅਮੋੜ ਜ਼ਿੰਦਗੀ ਜੀਂਦਾ ਹੈ, ਕਿਸੇ ਦੀ ਗੱਲ ਨਹੀਂ ਮੰਨਦਾ, ਕਿਸੇ ਸਿਆਣੇ ਦੀ ਵੀ ਚੰਗੀ ਗੱਲ ਵੀ ਨਹੀਂ ਮੰਨਦਾ, ਸਮਾਜ ਦੇ ਧਰਮ ਦੇ ਨਿਯਮਾਂ ਨੂੰ ਤੋੜਦਾ ਹੈ, ਸੰਸਾਰ ਦੇ ਕੁਦਰਤ ਦੇ ਨਿਯਮਾਂ ਨੂੰ ਤੋੜਦਾ ਹੈ, ਉਦੋਂ ਬੰਦਾ ਝੋਟੇ ਦੀ ਜੂਨ ਵਿੱਚ ਹੁੰਦਾ ਨਾ। ਮਾਤਾ ਭੈਂਸਾ ਅਮੂਹਾਂ ਜਾਏ, ਕੁੱਦ ਕੁੱਦ ਚਰੇ ਰਸਾਤਲ ਪਾਏ। ਵਿਕਾਰਾਂ ਵਾਲੀ ਜ਼ਿੰਦਗੀ ਉਹ ਜੀਂਦਾ ਹੈ, ਉਦੋਂ ਝੋਟੇ ਦੀ ਜੂਨ ਵਿੱਚ। ਜਦੋਂ ਬੰਦਾ ਪਰਾਈਆਂ ਔਰਤਾਂ ਨੂੰ ਤੱਕਦਾ ਹੈ ਜਾਂ ਵਿਚਾਰ ਕਮਾਉਂਦਾ ਹੈ, ਉਦੋਂ ਬੰਦਾ ਹਾਥੀ ਦੀ ਜੂਨ ਵਿੱਚ ਹੈ। ਜਦੋਂ ਬੰਦਾ ਫੂੰ ਫੂੰ ਕਰਕੇ ਕ੍ਰੋਧ ਦੇ ਨਾਲ ਪੈਂਦਾ ਹੈ, ਉਦੋਂ ਬੰਦਾ ਸੱਪ ਦੀ ਜੂਨ ਵਿੱਚ ਹੈ। ਕਈ ਕਰੋੜਾਂ ਨੇ ਐਸੇ ਜਿਹੜੇ ਇਹਨਾਂ ਜੂਨਾਂ ਦੇ ਸੁਭਾਅ ਵਿੱਚ ਹੀ ਫਿਰਦੇ ਰਹਿੰਦੇ ਨੇ। ਔਰ ਕਈ ਕਰੋੜਾਂ ਇਸ ਦੁਨੀਆ ਵਿੱਚ ਜੂਨੀਆਂ ਵੀ ਨੇ ਜਿਹੜੀਆਂ ਅਸੀਂ ਦੇਖਦੇ ਹਾਂ, ਪਸ਼ੂ ਨੇ, ਪੰਛੀ ਨੇ। ਕਰੋੜਾਂ ਜੂਨੀਆਂ ਦੇ ਲੋਕ, ਜੀਵ ਜੰਤ ਇਸ ਦੁਨੀਆ ਵਿੱਚ ਫਿਰ ਰਹੇ ਨੇ। ਕਈ ਕੋਟ ਬੈਠਕ ਹੀ ਖਾਹੇ, ਕਰੋੜਾਂ ਲੋਕ ਐਸੇ ਨੇ ਜਿਹੜੇ ਬੈਠੇ ਖਾ ਰਹੇ ਨੇ। ਕਈ ਕੋਟ ਘਾਲੇ ਥੱਕ ਪਾਹੇ, ਤੇ ਕਰੋੜਾਂ ਐਸੇ ਨੇ ਜੋ ਰੋਟੀ ਦੀ ਖਾਤਰ ਮਿਹਨਤ ਕਰਦੇ ਨੇ ਔਰ ਥੱਕ ਟੁੱਟ ਜਾਂਦੇ ਨੇ। ਹੁਣ ਇਹ ਚੀਜ਼ ਨਾ ਸਮਝਣ ਵਾਲੀ, ਇਹ ਸਿਸਟਮ ਹੈ ਨਾ।
सिस्टम है। ਹੁਣ ਦੇਖੋ ਇੱਕ ਬੰਦਾ ਹੈ, ਉਹਦੇ ਕੋਲ ਗੁਣ ਹੈ, ਉਹਦੇ ਕੋਲ ਗੁਣ ਹੈ, ਉਹ ਪੜ੍ਹਿਆ ਲਿਖਿਆ ਹੈ, ਉਹਨੇ ਸਿਰਫ ਕੁਝ ਮੈਨੇਜ ਕਰਨਾ ਹੈ ਬੰਦਿਆਂ ਨੂੰ, ਉਹਨੇ ਮੈਨੇਜ ਕਰਤਾ ਤੇ ਆਰਾਮ ਦੇ ਨਾਲ ਉਹ ਬੈਠਾ ਹੈ, ਉਹਦੀ ਤਨਖਾਹ ਵੀ ਜ਼ਿਆਦਾ। ਦੂਜੇ ਜਿਹੜੇ ਨੇ ਵਰਕਰ ਨੇ ਤੇ ਉਹ ਕੰਮ ਕਰ ਕਰਕੇ ਥੱਕ ਜਾਂਦੇ ਨੇ, ਖਾ ਦੋਵੇਂ ਰਹੇ ਨੇ, ਇੱਕ ਬੈਠਾ ਖਾ ਰਿਹਾ, ਇੱਕ ਘਾਲੇ ਘਾਲਣਾ ਘਲ ਕੇ ਥੱਕ ਜਾਂਦਾ ਵਿਚਾਰਾ, ਟੁੱਟ ਜਾਂਦਾ। ਸਿਸਟਮ ਹੈ ਨਾ, ਜੈਸਾ ਕਿਸੇ ਦੇ ਕੋਲ ਅਕਲ ਹੈ, ਗੁਣ ਹੈ, ਜਾਂ ਜੈਸੀ ਕੋਈ ਰਿਕੁਆਇਰਮੈਂਟ ਨੂੰ ਪੂਰੀ ਕਰ ਰਿਹਾ ਹੈ, ਉਸ ਢੰਗ ਦੇ ਨਾਲ ਉਹ ਕਰੀ ਜਾਂਦਾ ਹੈ। ਕਈ ਲੋਕ ਨੇ ਉਹਨਾਂ ਦੇ ਕੋਲ ਜ਼ਮੀਨ ਜਾਇਦਾਦ ਹੈ, ਬਜ਼ੁਰਗਾਂ ਨੇ ਮਿਹਨਤ ਕਰਕੇ ਜ਼ਮੀਨ ਬਣਾਈ, ਤੇ ਬਜ਼ੁਰਗਾਂ ਦੀ ਜਿਹੜੀ ਜ਼ਮੀਨ ਹੈ ਉਹ ਬੱਚਿਆਂ ਨੂੰ ਮਿਲਣੀ ਹੈ ਨਾ। ਹੁਣ ਬੱਚਾ ਹੈ, ਉਹਨੂੰ 50 ਕਿੱਲੇ ਜ਼ਮੀਨ ਬਣੀ ਬਣਾਈ ਮਿਲ ਗਈ, ਤੇ ਹੁਣ ਉਹ ਕੰਮ ਕੋਈ ਨਹੀਂ ਕਰਦਾ, 50 ਕਿੱਲੇ ਜ਼ਮੀਨ ਠੇਕੇ ਤੇ ਦੇ ਦਿੱਤੀ, ਠੇਕਾ ਘਰ ਆ ਰਿਹਾ ਹੈ ਤੇ ਉਹਦੇ ਨਾਲ ਆਪਣਾ ਲੰਗਰ ਪਾਣੀ ਛਕੀ ਜਾਂਦਾ ਹੈ। ਪਰ ਦੂਜਾ ਬੰਦਾ ਹੈ ਜਿਸ ਨੇ ਠੇਕੇ ਤੇ ਲਈ ਹੈ, ਉਹਦੇ ਕੋਲ ਜ਼ਮੀਨ ਨਹੀਂ ਹੈ, ਠੇਕੇ ਤੇ ਲਈ ਹੈ, ਉਹ ਸਾਰਾ ਸਾਲ ਮਿਹਨਤ ਕਰਦਾ ਹੈ, ਕਮਾ ਕੇ ਉਹਨੂੰ ਵੀ ਦਿੰਦਾ ਨਾਲ ਆਪ ਨੂੰ। ਤਾਂ ਕਰੋੜਾਂ ਲੋਕ ਨੇ ਜਿਹੜੇ ਬੈਠੇ ਖਾ ਰਹੇ ਨੇ, ਕਰੋੜਾਂ ਲੋਕ ਨੇ ਜਿਹੜੇ ਕੰਮ ਕਰ ਕਰਕੇ ਥੱਕ ਜਾਂਦੇ ਨੇ ਔਰ ਮਿਹਨਤ ਕਰਦੇ ਨੇ। ਕਈ ਕੋਟ ਕੀਏ ਧਨਵੰਤ, ਇਸ ਦੁਨੀਆ ਵਿੱਚ ਕਰੋੜਾਂ ਲੋਕ ਨੇ, ਬਹੁਤ ਲੋਕ ਨੇ ਜਿਹੜੇ ਪੈਸੇ ਵਾਲੇ ਨੇ, ਜਿਨ੍ਹਾਂ ਦੇ ਕੋਲ ਬਹੁਤ ਧਨ ਦੌਲਤ ਹੈ, ਅੰਬਾਰ ਨੇ ਉਹਨਾਂ ਕੋਲ। ਕਈ ਕੋਟ ਮਾਇਆ ਮਹਿ ਚਿੰਤ, ਲੇਕਿਨ ਕਰੋੜਾਂ ਐਸੇ ਨੇ ਜਿਨ੍ਹਾਂ ਨੂੰ ਮਾਇਆ ਦਾ ਫਿਕਰ ਲੱਗਾ ਹੋਇਆ ਹੈ। ਸਵੇਰ ਦੀ ਰੋਟੀ ਕਿਸੇ ਤਰ੍ਹਾਂ ਨਾਲ ਮਿਲ ਗਈ ਹੈ ਤੇ ਉਹਨਾਂ ਨੂੰ ਸ਼ਾਮ ਦਾ ਫਿਕਰ ਹੈ ਕਿ ਸ਼ਾਮ ਨੂੰ ਕਿਵੇਂ ਮਿਲੇਗੀ। ਫੁੱਟਪਾਥਾਂ ਤੇ ਬੈਠੇ ਨੇ, ਭੁੱਖ ਦੇ ਨਾਲ ਵਿਲਕ ਰਹੇ ਨੇ। ਕਿੰਨੇ ਐਸੇ ਲੋਕ ਨੇ, ਜਦੋਂ ਅਸੀਂ ਇਸ ਜ਼ਿੰਦਗੀ ਵੱਲ ਝਾਤ ਮਾਰਦੇ ਹਾਂ ਨਾ, ਤਾਂ ਹਕੀਕਤ ਹੈ ਕਿ ਅੱਖਾਂ ਤੋਂ ਹੰਝੂ ਆ ਜਾਂਦੇ ਨੇ। ਇਹ ਇੱਕ ਵੱਖਰਾ ਟੌਪਿਕ ਹੈ, ਦਇਆ ਜਾਂ ਪਿਆਰ ਜਾਂ ਇਨਸਾਨੀਅਤ। ਲੇਕਿਨ ਇਸ ਦੁਨੀਆ ਦੇ ਅੰਦਰ ਕਿੰਨੇ ਲੋਕ ਨੇ ਜਿਹੜੇ ਰੋਟੀ ਨੂੰ ਤਰਸਦੇ ਨੇ, ਕੱਪੜੇ ਨੂੰ ਤਰਸਦੇ ਨੇ, ਜਿਨ੍ਹਾਂ ਦੇ ਕੋਲ ਘਰ ਮਕਾਨ ਨਹੀਂ ਹੈ। ਅਸੀਂ ਦੇਖਦੇ ਹਾਂ ਨਿੱਕੇ ਨਿੱਕੇ ਬੱਚੇ ਇੰਡੀਆ ਦੇ ਅੰਦਰ, ਉਹਨਾਂ ਨੂੰ ਭੀਖ ਮੰਗਣੀ ਸਿਖਾਈ ਜਾਂਦੀ ਹੈ, ਮਾਂ ਪਿਓ ਭੀਖ ਮੰਗ ਰਹੇ ਨੇ, ਨਿੱਕੇ ਨਿੱਕੇ ਬੱਚੇ ਵੀ ਵਿਚਾਰੇ ਕਿਵੇਂ ਤਰਲੇ ਲੈਣੇ ਸਿੱਖ ਜਾਂਦੇ ਨੇ, ਔਰ ਲਗਾਤਾਰ ਉਹ ਤਰਲੇ ਲਈ ਜਾ ਰਹੇ ਨੇ, ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਨਾ ਐਸੀ। ਤੇ ਉਹਨਾਂ ਦੀ ਵੀ ਮਜਬੂਰੀ, ਉਹ ਕਰਨ ਕੀ, ਕਿਉਂਕਿ ਉਹ ਤੇ ਬੱਚੇ ਨੇ, ਉਹਨਾਂ ਨੂੰ ਜੈਸਾ ਮਾਂ-ਬਾਪ ਜਾਂ ਸਮਾਜ ਸਿਖਾਏਗਾ ਵੈਸਾ ਹੀ ਉਹ ਕਰਨਗੇ। ਤਾਂ ਲੋੜ ਹੈ ਇਸ ਸਿਸਟਮ ਨੂੰ ਸੁਧਾਰਨ ਦੀ। ਜੇ ਦਸਵੰਧ ਦੀ ਜੋ ਰਸਮ ਹੈ ਨਾ, ਦਸਵੰਧ ਦੀ ਜੋ ਮਰਿਆਦਾ ਹੈ, ਜਿਸ ਢੰਗ ਨਾਲ ਗੁਰੂ ਸਾਹਿਬ ਨੇ ਦਸਵੰਧ ਦੀ ਮਰਿਆਦਾ ਬਣਾਈ ਸੀ, ਜੇ ਸਿੱਖ ਜਗਤ ਉਸ ਮਰਿਆਦਾ ਨੂੰ ਫੋਲੋ ਕਰਦਾ ਨਾ ਸਹੀ ਢੰਗ ਦੇ ਨਾਲ, ਤਾਂ ਜ਼ਿਆਦਾ ਨਹੀਂ ਤਾਂ ਘੱਟ ਤੋਂ ਘੱਟ ਸਿੱਖ ਲੋਕ 5-7 ਸਾਲ ਦੇ ਵਿੱਚ ਦੁਨੀਆ ਦੀ ਸਭ ਤੋਂ ਅਮੀਰ ਕੌਮ ਹੋ ਸਕਦੀ ਹੈ। ਔਰ ਜੇ ਸਾਰੇ ਲੋਕ ਇਸ ਸਿਸਟਮ ਨੂੰ ਅਪਣਾ ਲੈਣ ਤਾਂ ਲੋਕਾਂ ਦੀ ਜਿਹੜੀ ਪ੍ਰੋਬਲਮ ਹੈ, ਰੋਟੀ ਕੱਪੜੇ ਮਕਾਨ ਦੀ, ਸਾਰੀਆਂ ਸੋਲਵ ਹੋ ਸਕਦੀਆਂ ਨੇ। ਇਹ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਇੱਥੇ ਇੰਨਾ ਹੀ ਕਿ ਕਰੋੜਾਂ ਲੋਕ ਧਨਵਾਨ ਨੇ, ਕਰੋੜਾਂ ਹੀ ਗਰੀਬ ਨੇ। ਜਹ ਜਹ ਭਾਣਾ ਤਹ ਤਹ ਰੱਖ ਹੈ, ਜਿੱਥੇ ਜਿੱਥੇ ਭਾਣਾ ਹੈ, ਜਿਵੇਂ ਜਿਵੇਂ ਰੱਬ ਦੀ ਰਜਾ ਹੈ, ਉੱਥੇ ਉੱਥੇ ਹੀ ਰੱਖਦਾ ਹੈ। ਹੁਣ ਇਹ ਰਜਾ ਹੈ ਨਾ, ਰਜਾ ਦਾ ਮਤਲਬ ਸਿਸਟਮ। ਹੁਣ ਰੱਬ ਨੇ ਕਿਸੇ ਨੂੰ ਗਰੀਬ ਜਾਂ ਅਮੀਰ ਨਹੀਂ ਬਣਾਇਆ, ਇਹ ਚੀਜ਼ ਸਮਝਣ ਵਾਲੀ ਹੈ। ਜੇ ਤੇ ਰੱਬ ਬਣਾ ਰਿਹਾ ਹੈ ਗਰੀਬ, ਫੁੱਟਪਾਥਾਂ ਤੇ ਰੱਬ ਨੇ ਬਿਠਾਇਆ ਹੈ, ਰੋਟੀ ਕੱਪੜੇ ਤੋਂ ਆਤਰ ਰੱਬ ਨੇ ਕੀਤਾ ਹੈ, ਤਾਂ ਫਿਰ ਤਾਂ ਰੱਬ ਨੂੰ ਅਸੀਂ ਦਇਆਲੂ ਕਿਵੇਂ ਕਵਾਂਗੇ? ਉਹ ਲੋਕ ਰੱਬ ਨੂੰ ਕਿਵੇਂ ਕਹਿਣਗੇ ਕਿ ਰੱਬ ਨੇ ਬੜੀ ਦਇਆ ਕੀਤੀ ਹੈ ਕਿ ਸਾਨੂੰ ਪਾਉਣ ਲਈ ਕੋਈ ਕੱਪੜਾ ਨਹੀਂ ਦਿੱਤਾ, ਖਾਣ ਲਈ ਭੋਜਨ ਨਹੀਂ ਦਿੱਤਾ, ਸਾਨੂੰ ਬਿਮਾਰ ਕਰਤਾ ਹੈ, ਫੁੱਟਪਾਥਾਂ ਤੇ ਬਿਠਾਇਆ ਹੈ, ਬੜਾ ਦਿਆਲੂ ਹੈ? ਨਹੀਂ ਨਾ ਕਹਿਣਗੇ। ਅਸਲ ਦੇ ਅੰਦਰ ਭਾਣਾ ਦਾ ਮਤਲਬ ਹੈ ਸਿਸਟਮ, ਭਾਣਾ ਦਾ ਮਤਲਬ ਰਜਾ, ਭਾਣਾ ਲੇਖ ਦਾ ਮਤਲਬ ਸਿਸਟਮ। ਇਹ ਸਿਸਟਮ ਅਸਾਂ ਡਿਵੈਲਪ ਕੀਤਾ ਹੈ, ਰੱਬ ਨੇ ਨਹੀਂ। ਰੱਬ ਨੇ ਤਾਂ ਇੱਕ ਧਰਤੀ ਬਣਾਈ ਹੈ, ਸੰਸਾਰ ਬਣਾਇਆ ਹੈ, ਜੀਵ ਜੰਤ ਪੈਦਾ ਕੀਤੇ ਨੇ, ਔਰ ਇਹ ਵੰਡੀਆਂ ਅਸਾਂ ਪਾਈਆਂ ਨੇ। ਊਚ ਨੀਚ ਵਾਲੇ ਵਿਤਕਰੇ ਅਸਾਂ ਜਾਤਾਂ ਪਾਤਾਂ ਦੇ ਪੈਦਾ ਕੀਤੇ ਨੇ, ਇਹ ਰੱਬ ਨੇ ਨਹੀਂ ਕੀਤੇ ਹੋਏ। ਹੁਣ ਦੇਖੋ, ਇਹ ਗੱਲ ਮੈਨੂੰ ਬਾਰ-ਬਾਰ ਕਹਿਣੀ ਪੈ ਰਹੀ ਹੈ, ਇਹ ਜਿਹੜੇ ਦੇਸ਼ ਨੇ ਜਿਨ੍ਹਾਂ ਵਿੱਚ ਅਸੀਂ ਬੈਠੇ ਹਾਂ ਜਾਂ ਤੁਸੀਂ ਬੈਠੇ ਹੋ, ਇੰਗਲੈਂਡ ਹੈ, ਅਮਰੀਕਾ ਹੈ, ਕੈਨੇਡਾ ਹੈ ਜਾਂ ਯੂਰਪ ਕੰਟਰੀ ਹੈ, ਇੱਥੇ ਹੁਣ ਭੁੱਖਾ ਨਹੀਂ ਨਾ ਕੁਛ ਆਉਂਦਾ। ਹੁਣ ਦੇਖੋ ਕੋਵਿਡ-19
ਜਿਹੜੇ ਇੱਥੇ ਸੈਲਫ ਇੰਪਲੋਈ ਨੇ, ਜਿਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਹੈ, ਤਾਂ ਦੇਖੋ ਗਵਰਨਮੈਂਟ ਨੇ ਆਪ ਫੋਨ ਕਰਕੇ, ਤੇ ਜ਼ਿਆਦਾ ਨਹੀਂ ਤਾਂ ਜਿੰਨੇ ਬਿਲਕੁਲ ਵੀ ਟੈਕਸ ਨਹੀਂ ਭਰਿਆ ਉਹਨੂੰ 100 ਪਾਉਂਡ ਵੀਕ ਦਾ ਦੇ ਰਹੀ ਹੈ ਨਾ ਗਵਰਨਮੈਂਟ, ਵੀ ਬੰਦਾ ਕੋਈ ਭੁੱਖਾ ਨਾ ਰਵੇ, ਭੁੱਖਾ ਨਾ ਰਵੇ। ਜਿਨ੍ਹਾਂ ਕੋਲ ਇੱਥੇ ਬੇਘਰ ਨੇ ਉਹਨਾਂ ਨੂੰ ਸਰਕਾਰ ਵੱਲੋਂ ਘਰ ਵੀ ਮਿਲਦਾ ਹੈ ਨਾ। ਤਾਂ ਇਹ ਸਿਸਟਮ ਹੈ, ਇਹਦਾ ਮਤਲਬ ਇਹ ਨਹੀਂ ਕਿ ਇੱਥੇ ਸਾਰੇ ਚੰਗੀ ਕਿਸਮਤ ਵਾਲੇ ਨੇ, ਐਸਾ ਨਹੀਂ ਹੈ। ਇੱਥੇ ਸਿਸਟਮ ਚੰਗਾ ਹੈ, ਇਹਨਾਂ ਲੋਕਾਂ ਨੇ ਸਿਸਟਮ ਨੂੰ ਸੁਧਾਰਿਆ ਹੈ। ਹੁਣ ਦੇਖੋ ਕਿਸੇ ਨੇ ਕਿਹਾ ਨਹੀਂ ਕਿ ਸਾਨੂੰ ਪੈਸੇ ਦਿਓ, ਲੇਕਿਨ ਗਵਰਨਮੈਂਟ ਨੂੰ ਆਪ ਪਤਾ ਹੈ ਕਿ ਜਿਹੜੀ ਆ ਫਾਈਨੈਂਸ਼ੀਅਲੀ ਪ੍ਰੋਬਲਮ ਆ ਰਹੀ ਹੈ, ਕੰਮ ਲੋਕਾਂ ਦੇ ਕੋਲ ਨਹੀਂ ਹਨ, ਤੇ ਜਿਹੜੇ ਸਭ ਤੋਂ ਮੈਂ ਘੱਟ ਕਹਿ ਰਿਹਾ ਵਾਂ, ਜਿਨਨੇ ਇੱਕ ਵੀ ਪੈਸਾ ਟੈਕਸ ਦਾ ਨਹੀਂ ਭਰਿਆ, ਤਾਂ ਸਰਕਾਰ ਉਹਨੂੰ ਵੀ ਘੱਟ ਤੋਂ ਘੱਟ 100 ਪਾਉਂਡ ਵੀਕ ਦਾ ਦੇ ਰਹੀ ਹੈ ਕਿ ਬੰਦਾ ਭੁੱਖਾ ਨਾ ਰਹੇ। ਇਸ ਕਰਕੇ ਜਿਹੜਾ ਹੈ ਨਾ, ਕਾਹਦੇ ਵਾਸਤੇ ਕਾਹਦੇ ਵਾਸਤੇ ਹੈ ਕੱਲਾ ਨਹੀਂ, ਕਾਹਦੇ ਵਾਸਤੇ? ਅੱਛਾ ਅੱਛਾ, ਪੂਰਾ ਸਹੀ ਨਹੀਂ ਆ ਰਿਹਾ। ਹੁਣ ਦੇਖੋ, ਤਾਂ ਇਹਦੇ ਵਿੱਚ ਤੁਸੀਂ ਗੁਰਮਤ ਕਲਾਸ ਵਿੱਚ ਫੇਸਬੁੱਕ ਤੇ ਫੋਟੋ ਆ ਰਹੀ ਮੇਰੀ, ਉੱਥੇ ਫੋਟੋ ਨਹੀਂ ਆ ਰਹੀ ਬਿਲਕੁਲ। ਤਾਂ ਜਿਹੜਾ ਹੈ ਨਾ ਗਵਰਨਮੈਂਟ ਦੇ ਰਹੀ ਹੈ, ਤਾਂ ਇਹ ਕੀ ਹੈ, ਇਹ ਇਸ ਕਰਕੇ ਹੈ ਕਿ ਸਿਸਟਮ ਚੰਗਾ ਹੈ। ਇੱਥੇ ਕਿਸਮਤ ਦੀ ਗੱਲ ਨਹੀਂ ਹੈ, ਕਿਸਮਤ ਦੀ ਗੱਲ ਨਹੀਂ, ਸਿਸਟਮ ਦੀ ਗੱਲ ਹੈ। ਤਾਂ ਜਿਨ੍ਹਾਂ ਨੇ ਸਿਸਟਮ ਨੂੰ ਫੋਲੋ ਕੀਤਾ ਹੈ ਉਹ ਬੰਦੇ ਸੁਖੀ ਔਰ ਸ਼ਾਂਤ ਨੇ। ਜਿਹੇ ਭਾਣਾ ਜਿਵੇਂ ਸਿਸਟਮ ਹੈ ਉੱਥੇ ਉੱਥੇ ਰੱਖ ਰਿਹਾ ਹੈ। ਹੁਣ ਜੇ ਇੰਡੀਆ ਦੇ ਅੰਦਰ ਜੋ ਸਾਡੇ ਰਾਜਨੀਤਿਕ ਲੋਕ ਨੇ, ਜੇ ਉਹ ਸਿਸਟਮ ਨੂੰ ਸੁਧਾਰਨ, ਉੱਥੋਂ ਦੇ ਲੋਕ ਇਸ ਚੀਜ਼ ਨੂੰ ਫੋਲੋ ਕਰਨ, ਤਾਂ ਉੱਥੇ ਵੀ ਇਹ ਸਾਰਾ ਕੁਝ ਹੋ ਸਕਦਾ ਹੈ। ਗੱਲ ਸਿਸਟਮ ਦੀ ਹੈ, ਭਾਣਾ ਦਾ ਮਤਲਬ ਸਿਸਟਮ। ਹੁਣ ਦੇਖੋ ਕਿਸਾਨਾਂ ਦੀ ਗੱਲ ਹੈ ਤਾਂ ਅੰਦੋਲਨ ਚੱਲ ਰਿਹਾ ਹੈ, ਪ੍ਰੋਬਲਮ, ਔਰ ਫਿਰ ਪ੍ਰੋਬਲਮ ਇਹ ਹੈ ਕਿ ਸਮੱਸਿਆ ਕਈ ਵਾਰ ਸਰਕਾਰ ਨਾਲ ਹੁੰਦੀ ਹੈ, ਕਿਸੇ ਮੁਲਾਜ਼ਮਾਂ ਦੀ ਜਾਂ ਕਿਸੇ ਕੌਮ ਦੀ, ਕਮਿਊਨਿਟੀ ਦੀ, ਤੇ ਟ੍ਰੈਫਿਕ ਜਾਮ ਕਰ ਦਿੱਤਾ ਜਾਂਦਾ। ਹੁਣ ਟ੍ਰੈਫਿਕ ਜਾਮ ਕਰਨ ਦੇ ਨਾਲ ਜਿਹੜੇ ਆਮ ਮੁਸਾਫਿਰ ਨੇ ਉਹਨਾਂ ਨੇ ਤੇ ਮੰਗਾਂ ਪੂਰੀਆਂ ਕਰਨੀਆਂ ਨਹੀਂ ਨਾ। ਤੋੜ ਫੋੜ ਲੋਕਾਂ ਦੀ ਕਰ ਦਿੱਤੀ ਜਾਂਦੀ ਹੈ, ਦੁਕਾਨਾਂ ਲੋਕਾਂ ਦੀਆਂ ਸਾੜ ਦਿੱਤੀਆਂ ਜਾਂਦੀਆਂ ਨੇ, ਘਰ ਲੋਕਾਂ ਦੇ ਭੰਨ ਦਿੱਤੇ ਜਾਂਦੇ ਨੇ, ਕਾਰਾਂ ਲੋਕਾਂ ਦੀਆਂ ਭੰਨ ਦਿੱਤੀਆਂ ਜਾਂਦੀਆਂ ਨੇ, ਤੇ ਲੋਕ ਇਹਦੇ ਵਿੱਚ ਬਹੁਤ ਖੁਸ਼ ਹੁੰਦੇ ਨੇ ਕਿ ਅਸੀਂ ਇੰਨੀਆਂ ਕਾਰਾਂ ਤੋੜੀਆਂ। ਯਾਰ ਉਹ ਬੇਵਕੂਫੀ ਨਹੀਂ, ਵੀ ਸਰਕਾਰ ਨਾਲ ਪ੍ਰੋਬਲਮ ਹੈ ਤੇ ਸਰਕਾਰ ਦੇ ਨਾਲ ਤੁਸੀਂ ਲੀਡਰਾਂ ਦੇ ਘਰਾਂ ਦੀ ਘਿਰਾਵ ਕਰੋ, ਉਹਨਾਂ ਦੀਆਂ ਕੋਠੀਆਂ ਘੇਰੋ, ਉਹਨਾਂ ਦੇ ਨਾਲ ਜਿਹੜੀ ਪ੍ਰੋਬਲਮ ਹੈ। ਲੇਕਿਨ ਕਿਉਂਕਿ ਸਿਸਟਮ ਨਹੀਂ ਹੈ, ਤਾਂ ਜਿਵੇਂ ਜਿਵੇਂ ਦਾ ਸਿਸਟਮ ਹੈ ਉਵੇਂ ਲੋਕ ਕਰੀ ਜਾਂਦੇ ਨੇ। ਜ਼ਰੂਰਤ ਸਿਸਟਮ ਨੂੰ ਸੁਧਾਰਨ ਦੀ ਹੈ। ਜੇ ਸਿਸਟਮ ਨੂੰ ਸੁਧਾਰਿਆ ਜਾਏ ਤਾਂ ਇਹ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ ਨੇ। ਜਿਹਦੇ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕੁਛ ਪ੍ਰਭ ਤੇ ਹੱਥ ਹੈ। ਸਭ ਕੁਝ ਰੱਬ ਦੇ ਵੱਸ ਵਿੱਚ ਹੈ। ਹੱਥ ਹੈ ਦਾ ਮਤਲਬ ਰੱਬ ਦੇ ਭਾਣੇ ਵਿੱਚ, ਰੱਬ ਦੀ ਰਜ਼ਾ ਦੇ ਅੰਦਰ, ਸਿਸਟਮ ਦੇ ਅੰਦਰ। ਸਿਸਟਮ ਤੋਂ ਬਾਹਰ ਕੁਝ ਵੀ ਨਹੀਂ ਹੈ, ਸਿਸਟਮ ਤੋਂ ਬਾਹਰ ਕੁਝ ਨਹੀਂ ਹੈ, ਸਭ ਕੁਝ ਸਿਸਟਮ ਦੇ ਵਿੱਚ ਹੈ। ਕੋਈ ਵੀ ਬੰਦਾ ਲਾ ਆਫ ਨੇਚਰ ਤੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦਾ। ਕੋਈ ਵੀ ਸੁੱਖ ਜਿਹੜਾ ਸਿਸਟਮ ਜਿਹੜੇ ਦੇ ਵਿੱਚ ਹੈ ਉਹਦੇ ਵਿੱਚ ਹੀ ਮਿਲੇਗਾ, ਉਹਦੇ ਤੋਂ ਬਾਹਰ ਜਾ ਕੇ ਨਹੀਂ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਕਈ ਕੋਟ ਭੈ ਬੈਰਾਗੀ, ਕਰੋੜਾਂ ਲੋਕ ਐਸੇ ਨੇ ਜਿਹੜੇ ਵੈਰਾਗੀ ਨੇ, ਵੈਰਾਗਵਾਨ ਹੋ ਗਏ ਨੇ, ਉਹ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ। ਦੇਖੋ ਵੈਰਾਗ ਔਰ ਗੁਰਮਤ ਵੈਰਾਗ ਦਾ ਫਰਕ ਹੈ। ਆਮ ਜੋ ਦੁਨੀਆ ਦਾ ਵੈਰਾਗ ਹੈ ਨਾ, ਜਿਹਦੇ ਅੰਦਰ ਵੈਰਾਗ ਹੋ ਜਾਏ ਤੇ ਉਹ ਦੁਨੀਆ ਨੂੰ ਛੱਡ ਜਾਂਦਾ ਹੈ। ਪਤੀ ਪਤਨੀ ਨੂੰ ਛੱਡ ਗਏ, ਪਤਨੀ ਛੱਡ ਦਿੱਤੀ, ਬੱਚੇ ਛੱਡ ਦਿੱਤੇ, ਘਰ ਛੱਡ ਦਿੱਤਾ, ਰਿਸ਼ਤੇਦਾਰ ਛੱਡ ਦਿੱਤੇ, ਤੇ ਜੰਗਲਾਂ ਵਿੱਚ ਚਲੇ ਗਏ, ਬਾਬੇ ਬਣ ਗਏ। ਉਹਨੂੰ ਵੈਰਾਗ ਕਿਹਾ ਜਾਂਦਾ ਹੈ ਕਿ ਮਾਇਆ ਨੂੰ ਛੱਡ ਹੀ ਗਏ, ਕਿਉਂਕਿ ਉਹਨਾਂ ਨੇ ਮਾਇਆ ਕਿਹਾ ਹੈ ਇਸ ਦੁਨੀਆ ਨੂੰ, ਔਰਤ ਨੂੰ ਮਾਇਆ ਕਿਹਾ ਹੈ, ਪੈਸੇ ਨੂੰ ਮਾਇਆ ਕਿਹਾ ਹੈ, ਤੇ ਉਹ ਇਸ ਮਾਇਆ ਨੂੰ ਛੱਡ ਗਏ। ਪਰ ਗੁਰਦੇਵ ਪਾਤਸ਼ਾਹ ਨੇ ਸੰਸਾਰ ਨੂੰ ਜਾਂ ਔਰਤ ਨੂੰ ਜਾਂ ਪੈਸੇ ਨੂੰ ਮਾਇਆ ਨਹੀਂ ਆਖਿਆ। ਮਾਇਆ ਸ਼ਬਦ ਵਰਤਿਆ ਹੈ, ਲੇਕਿਨ ਮਾਇਆ ਦੀ ਡੈਫੀਨੇਸ਼ਨ ਵੱਖਰੀ ਦਿੱਤੀ ਹੈ। ਮਾਇਆ ਦੀ ਡੈਫੀਨੇਸ਼ਨ ਤੁਸੀਂ ਸਾਰੇ ਸੁਣ ਹੀ ਰਹੇ ਹੋ ਰੋਜ਼, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ।
ਤਾਂ ਗੁਰਮਤ ਦੇ ਅੰਦਰ ਇਸ ਮਾਇਆ ਦਾ ਤਿਆਗ ਕਰਨ ਦਾ ਨਾਮ ਵੈਰਾਗ ਹੈ। ਇਹ ਜਿਹੜੀ ਸੋਚ ਹੈ ਨਾ ਸਾਡੀ, ਇਸ ਸੋਚ ਤੋਂ ਉਭਰਨਾ, ਵਿਕਾਰਾਂ ਦਾ ਤਿਆਗ ਕਰਨਾ, ਸੰਸਾਰ ਵਿੱਚ ਰਹਿੰਦਿਆਂ ਵਿਕਾਰਾਂ ਦਾ ਤਿਆਗ ਕਰਕੇ ਜ਼ਿੰਦਗੀ ਜੀਣੀ, ਇਹਦਾ ਨਾਂ ਹੈ ਵੈਰਾਗ। ਪਰ ਗੁਰੂ ਜੀ ਇੱਥੇ ਵੈਰਾਗੀ ਉਹਨਾਂ ਦੀ ਗੱਲ ਕਰ ਰਹੇ ਨੇ ਜਿਹੜੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਕਰੋੜਾਂ ਲੋਕ ਨੇ। ਇਹੀ ਭਰਮ ਭੁਲੇਖਾ ਸਾਡੇ ਬਾਬਿਆਂ ਨੂੰ ਵੀ ਪਿਆ ਹੈ ਕਿ ਇਹ ਮਾਇਆ ਦਾ ਤਿਆਗ ਹੀ ਵੈਰਾਗੀ ਹੈ। ਇਸ ਕਰਕੇ ਸਾਡੇ ਵੀ ਜਿਹੜੇ ਬਾਬੇ ਨੇ ਸਿੱਖ ਸਰੂਪ ਵਿੱਚ ਨੇ, ਉਹਨਾਂ ਨੇ ਵੀ ਘਰ ਗ੍ਰਸਤੀ ਦਾ ਤਿਆਗ ਕੀਤਾ ਹੋਇਆ ਹੈ ਤੇ ਇਹਨੂੰ ਤਿਆਗ ਸਮਝਿਆ ਜਾਂਦਾ ਹੈ ਕਿ ਸ਼ਾਇਦ ਇਹ ਵੈਰਾਗ ਹੈ, ਇਹ ਤਿਆਗ ਹੈ। ਭਗਤ ਕਬੀਰ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ। ਕਹਿਣ ਲੱਗੇ ਭਾਵਨਾ ਤੇ ਚੰਗੀ ਸੀ, कबीर सिख शाखा बहुते किए केशव क्यों न मीत, चाले थे हर मिलन को बीचे अटक्यो छी। ਚੱਲੇ ਸਨ ਰੱਬ ਨੂੰ ਮਿਲਣ ਵਾਸਤੇ, ਘਰੋਂ ਘਰ ਛੱਡਿਆ ਸੀ ਰੱਬ ਨੂੰ ਮਿਲਣ ਲਈ ਕਿ ਰੱਬ ਨੂੰ ਮਿਲਾਂਗੇ ਜਾ ਕੇ, ਪਰ ਚਿੱਤ ਵਿੱਚ ਹੀ ਅਟਕਿਆ ਰਿਹਾ। ਜਿੱਥੋਂ ਤੁਰੇ ਸਨ ਉੱਥੇ ਦਾ ਉੱਥੇ। ਸਿੱਖ ਸ਼ਾਖਾ ਬਹੁਤੇ ਕੀਏ, ਸਿੱਖ ਸ਼ਾਖਾ ਦਾ ਮਤਲਬ ਚੇਲੇ ਬਾਲ ਕੇ ਬਣਾ ਲਏ ਬਹੁਤ ਸਾਰੇ। ਕੇਸ਼ੋ ਕੀਓ ਨਮੀਤ, ਰੱਬ ਨੂੰ ਮਿੱਤਰ ਨਹੀਂ ਬਣਾਇਆ, ਜਿਹੜਾ ਸਾਰਿਆਂ ਦੇ ਵਿੱਚ ਰੱਬ ਵਸਦਾ ਸੀ, ਜੋ ਸਰਬ ਵਿਆਪਕ ਸੀ, ਜੋ ਮਾਂ ਵਿੱਚ ਵੀ, ਭੈਣ ਵਿੱਚ ਵੀ, ਭਰਾਵਾਂ ਵਿੱਚ ਵੀ, ਹਰ ਇਨਸਾਨ ਦੇ ਅੰਦਰ, ਅੜੋਸੀਆਂ ਪੜੋਸੀਆਂ, ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਦੇ ਵਿੱਚ ਵਸਦਾ ਸੀ, ਸਰਬ ਵਿਆਪਕ ਸੀ, ਉਹਨੂੰ ਤੇ ਮਿੱਤਰ ਬਣਾਇਆ ਨਹੀਂ। ਸਿੱਖ ਸ਼ਾਖਾ ਬਹੁਤੇ ਕੀਏ, ਚੇਲੇ ਬਾਲ ਕੇ ਬਣਾ ਲਏ, ਹਜ਼ਾਰਾਂ ਦੀ ਗਿਣਤੀ ਵਿੱਚ ਮੇਰੇ ਚੇਲੇ ਨੇ, ਫੋਲੋਅਰ ਨੇ। सिख शाखा बहुते किए केशो कियो ना मीत, चाले थे हर मिलन को बीचे अटक्यो चीत। ਚੱਲੇ ਰੱਬ ਨੂੰ ਮਿਲਣ ਸਨ ਤੇ ਚਿੱਤ ਫਿਰ ਉੱਥੇ ਅਟਕ ਗਿਆ। 2 ਕਮਰਿਆਂ ਦਾ ਘਰ ਛੱਡਿਆ, ਤਿਆਗ ਕੀਤਾ 2 ਕਮਰਿਆਂ ਦਾ। ਤੇ ਡੇਰਾ ਕਿੰਨੇ ਕਮਰਿਆਂ ਦਾ? ਡੇਰੇ ਦੇ ਨਾਲ ਕਿੰਨੀ ਜ਼ਮੀਨ ਹੈ? ਛੱਡਿਆ ਫਿਰ ਕੀ ਵੱਡਾ ਸਿਆਪਾ ਪਾ ਲਿਆ ਨਾ। ਘਰ ਮਾਂ ਬਾਪ ਦੀ ਸੇਵਾ ਨਹੀਂ ਕੀਤੀ ਤੇ ਬਜ਼ੁਰਗ ਆਸ਼ਰਮ ਬਣਾਈ ਬੈਠੇ। ਘਰ ਕਿੰਨੀ ਤਨਖਾਹ ਸੀ ਜਾਂ ਕਿੰਨੀ ਇਨਕਮ ਸੀ, ਲੇਕਿਨ ਹੁਣ ਉੱਥੇ ਲੱਖਾਂ ਚੜਾਵਾ ਚੜ ਰਿਹਾ ਹੈ। ਤਾਂ ਇਹ ਤਿਆਗ ਨਹੀਂ ਹੈ, ਗੁਰਮਤ ਦਾ ਇਹ ਤਿਆਗ ਨਹੀਂ, ਗੁਰਮਤ ਦਾ ਇਹ ਵੈਰਾਗ ਨਹੀਂ। ਗੁਰਮਤ ਦਾ ਵੈਰਾਗ ਇਹ ਹੈ ਕਿ ਸੰਸਾਰ ਵਿੱਚ ਰਹਿੰਦਿਆਂ ਸੱਚੀ ਸੁੱਚੀ ਕਿਰਤ ਕਰਦਿਆਂ ਵਿਕਾਰਾਂ ਤੋਂ ਅਲੇਪ ਹੋਣਾ, ਵਿਕਾਰਾਂ ਤੋਂ ਬਚਣਾ। ਪਰ ਗੁਰੂ ਜੀ ਕਹਿੰਦੇ ਨੇ ਇਸ ਰਚਨਾ ਦੇ ਵਿੱਚ ਕਰੋੜਾਂ ਲੋਕ ਨੇ, ਅਣਗਿਣਤ ਲੋਕ ਨੇ ਜਿਹੜੇ ਆਪਣੇ ਆਪ ਨੂੰ ਤਿਆਗੀ ਔਰ ਵੈਰਾਗੀ ਅਖਵਾਉਂਦੇ ਨੇ। ਰਾਮ ਨਾਮ ਸੰਤਿਨ ਲਿਵ ਲਾਗੀ, ਕਈ ਲੋਕ ਐਸੇ ਨੇ ਜਿਨ੍ਹਾਂ ਨੇ ਸਹੀ ਵੈਰਾਗ ਨੂੰ ਅਪਣਾਇਆ, ਜਿਹੜਾ ਗੁਰਮਤ ਦਾ ਵੈਰਾਗ ਹੈ। ਸੰਸਾਰ ਵਿੱਚ ਰਹਿੰਦਿਆਂ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋਏ ਨੇ। ਰਾਮ ਨਾਮ ਸੰਤਿਨ ਲਿਵ ਲਾਗੀ, ਉਹਨਾਂ ਦੀ ਰੱਬ ਦੇ ਹੁਕਮ ਦੇ ਅੰਦਰ ਲਗਨ ਲੱਗ ਗਈ ਹੈ। ਨਾਮ ਦਾ ਮਤਲਬ ਹੁਕਮ, ਲਿਵ ਦਾ ਮਤਲਬ ਲਗਨ, ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ, ਜੋ ਸਰਬ ਵਿਆਪਕ ਪ੍ਰਭੂ ਹੈ, ਉਹਦੇ ਹੁਕਮ ਦੇ ਨਾਲ ਉਹਨਾਂ ਦੀ ਲਗਨ ਲੱਗ ਗਈ ਹੈ, ਪ੍ਰੀਤ ਲੱਗ ਗਈ ਹੈ। ਭਾਵ ਉਹ ਰੱਬੀ ਰਜਾ ਦੇ ਅੰਦਰ ਜ਼ਿੰਦਗੀ ਜੀ ਰਹੇ ਹਨ। ਰੱਬੀ ਗੁਣਾਂ ਦੇ ਨਾਲ ਉਹਨਾਂ ਦੀ ਲਗਨ ਲੱਗੀ ਹੋਈ ਹੈ। ਸਤ, ਸੰਤੋਖ, ਦਇਆ, ਧਰਮ, ਨਿਰਭੈਤਾ, ਨਿਰਵੈਰਤਾ, ਇਹਨਾਂ ਗੁਣਾਂ ਦੇ ਨਾਲ ਪ੍ਰੀਤ ਹੈ। ਰੱਬ ਦੀ ਰਜਾ ਭਾਣੇ ਦੇ ਨਾਲ ਉਹਨਾਂ ਦੀ ਪ੍ਰੀਤ ਹੈ। ਕਈ ਕੋਟ ਪ੍ਰਭ ਕੋ ਖੋਜੰਤੇ, ਕਰੋੜਾਂ ਲੋਕ ਨੇ ਜਿਹੜੇ ਰੱਬ ਨੂੰ ਖੋਜਦੇ ਫਿਰਦੇ ਨੇ, ਲੱਭਦੇ ਫਿਰਦੇ ਨੇ, ਮਿਲਣਾ ਚਾਹੁੰਦੇ ਨੇ। ਉਹਨਾਂ ਦੀ ਤਾਂਘ ਹੈ ਰੱਬ ਦੇ ਨਾਲ ਮਿਲਣ ਦੀ। ਕਰੋੜਾਂ ਹੀ ਲੋਕ ਲੱਭਦੇ ਫਿਰਦੇ ਨੇ, ਖੋਜਦੇ ਫਿਰਦੇ ਨੇ, ਜੰਗਲਾਂ ਵਿੱਚ ਭਟਕਦੇ ਫਿਰਦੇ ਨੇ ਆਪੋ ਆਪਣੇ ਢੰਗ ਦੇ ਨਾਲ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਰੱਬ ਨੂੰ ਲੱਭਿਆ ਕਿੰਨੇ? ਕਰੋੜਾਂ ਨੇ ਨਾ ਜਿਹੜੇ ਲੱਭਦੇ ਫਿਰਦੇ ਨੇ। ਕੋਈ ਜੰਗਲਾਂ ਵਿੱਚ ਭਟਕ ਰਿਹਾ ਹੈ, ਕੋਈ ਸਮਾਧੀਆਂ ਲਾ ਰਿਹਾ ਹੈ, ਕੋਈ ਜਪ ਤਪ ਸੰਜਮ ਕਰ ਰਿਹਾ ਹੈ, ਬਾਹਰ ਭਟਕ ਰਹੇ ਨੇ। ਪਰ ਗੁਰੂ ਜੀ ਕਹਿੰਦੇ ਨੇ ਆਤਮ ਮਹਿ ਪਾਰ ਬ੍ਰਹਮ ਲਹੰਤੇ। ਆਤਮ ਮਹਿ ਦਾ ਮਤਲਬ ਆਪਣੇ ਆਪ ਵਿੱਚ, ਲਹੰਤੇ ਦਾ ਮਤਲਬ ਲੱਭਦੇ ਨੇ, ਭਾਲਦੇ ਨੇ। ਕਈ ਲੋਕ ਐਸੇ ਨੇ ਜਿਹੜੇ ਆਪਣੇ ਆਪੇ ਦੇ ਅੰਦਰ ਰੱਬ ਨੂੰ ਭਾਲ ਰਹੇ ਨੇ ਕਿ ਮੇਰਾ ਆਪਣਾ ਆਪਾ ਹੀ ਪ੍ਰਭੂ ਹੈ। ਉਹ ਆਪਣੇ ਅੰਦਰੋਂ ਲੱਭਦੇ ਨੇ ਕਿ ਮੇਰੇ ਅੰਦਰ ਸੱਚ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਧੀਰਜ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ। ਇੱਕ ਜੋ ਜੋਤ ਮੇਰੇ ਵਿੱਚ ਹੈ, ਜੋ ਐਨਰਜੀ ਮੇਰੇ ਵਿੱਚ ਹੈ, ਜਿਸ ਸਿਸਟਮ ਵਿੱਚ ਮੈਂ ਕੰਮ ਕਰ ਰਿਹਾ, ਸਾਰੀ ਦੁਨੀਆ ਇਸੇ ਵਿੱਚ ਕਰ ਰਹੀ ਹੈ। ਤੇ ਉਹ ਆਪਣੇ ਅੰਦਰੋਂ ਖੋਜ ਰਹੇ ਨੇ, ਆਪਣੇ ਅੰਦਰੋਂ ਉਸ ਪ੍ਰਭੂ ਨੂੰ ਲੱਭ ਰਹੇ ਨੇ।
कई कोट दर्शन प्रप्यास, करोड़ां ही लोग ऐसे ने जिन्हां दी जिंदगी दे अंदर दर्शनां दी प्यासा है, तांग लगी है कि मैं उस रब नूं वेखना है, रब नूं मिलना है, रब दे दीदार करने ने। ते तिन को मिलियो प्रभ अविनाश, उन्हां नूं अविनाशी प्रभु मिल पैंदा है। जिन्हां नूं रब दे दर्शनां दी प्यासा है, उन्हां नूं प्रभु मिल पैंदा है। हुण ये चीज समझण वाली है कि रब दे दर्शन की ने और किस रूप दे अंदर रब दे दर्शन होणगे। देखो, रब किसी रूप विच वखरे विच ते आएगा नहीं, क्योंकि रब दा कोई एक रूप नहीं है ना। रब दियां कोई विशेष किस्म दियां अखां नहीं, ਉਹਦੇ ਵਿਸ਼ੇਸ਼ ਕਿਸਮ ਦੇ ਪੈਰ ਨਹੀਂ, ਉਹਦਾ ਵਿਸ਼ੇਸ਼ ਕਿਸਮ ਦਾ ਆਕਾਰ ਜਾਂ ਹੱਥ ਆਦਿਕ ਨਹੀਂ ਨਾ, ਕਿ ਐਸ ਬੰਦੇ ਵਰਗਾ ਹੈ ਰੱਬ। सहस तब नैन नन नैन है तोहि को, सहस मूरत नना एक तोहि, सोहने नक जिन लमड़े वाला। कि हे प्रभु, आ सोहने सोहने नक तेरे ही ने, लम्मे लम्मे वाल तेरे ही ने, आ सोहनियां अखां तेरियां ही ने, सोहने सोहने पैर तेरे ही ने, आ जो शरीर ने ये सारे तेरे ही शरीर ने। तू एक संसार जिंदगी का समुंदर है, ਇਹ ਜੀਵ ਤੇਰੀਆਂ ਹੀ ਲਹਿਰਾਂ ਨੇ। ਤਾਂ ਬੰਦੇ ਦੇ ਅੰਦਰ ਹੀ ਰੱਬ ਦਿਸਣਾ ਹੈ, ਇਹ ਸੰਸਾਰ ਨੂੰ ਹੀ ਰੱਬ ਦੇ ਰੂਪ ਵਿੱਚ ਵੇਖਣਾ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਤੇ ਉਹਨਾਂ ਨੂੰ ਪ੍ਰਭੂ ਮਿਲ ਪਿਆ, ਭਾਵ ਉਹ ਪ੍ਰਭੂ ਦੇ ਅੰਦਰ ਅਭੇਦ ਹੋ ਗਏ। ਕਈ ਕੋਟ ਮੰਗੈ ਸਤ ਸੰਗ, ਕਰੋੜਾਂ ਲੋਕ ਐਸੇ ਨੇ ਜਿਹੜੇ ਸੱਚ ਦੀ ਸੰਗਤ ਮੰਗਦੇ ਨੇ ਕਿ ਸਾਨੂੰ ਸੱਚ ਦੀ ਸੰਗਤ ਮਿਲੇ, ਸਾਡੀ ਸੁਰਤ ਸੱਚ ਦੇ ਨਾਲ ਜੁੜ ਜਾਏ, ਅਸੀਂ ਸੱਚ ਦੇ ਅੰਦਰ ਲੀਨ ਹੋ ਜਾਈਏ। ਕਰੋੜਾਂ ਲੋਕ ਐਸੇ ਨੇ ਸਤਸੰਗ ਮੰਗ ਰਹੇ ਨੇ, ਸਤਸੰਗ ਵਿੱਚ ਜਾਣ ਦੀ ਚਾਹਤ ਹੈ, ਸੱਚ ਦੇ ਨਾਲ ਉਹ ਜੁੜਨਾ ਚਾਹੁੰਦੇ ਨੇ। ਤੇ ਜਿਹੜੇ ਸਤਸੰਗ ਮੰਗਦੇ ਨੇ, ਸਤਸੰਗ ਦਾ ਮਤਲਬ ਸੱਚ ਦੀ ਸੰਗਤ। ਦੇਖੋ, ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਬਾਣੀ ਪੜ੍ਹਦੇ ਸੁਣਦੇ ਹਾਂ, ਤਾਂ ਉਹ ਸਤਸੰਗ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਸਤਸੰਗ ਨਹੀਂ, ਸਤਸੰਗ ਹੈ। ਅਸੀਂ ਸੱਚ ਦੀ ਸੰਗਤ ਕਰ ਰਹੇ ਹਾਂ। ਹੁਣ ਅਸੀਂ ਆਨਲਾਈਨ ਗੁਰਮਤਿ ਕਲਾਸ ਵਿੱਚ ਹਾਂ, ਤਾਂ ਇੱਥੇ ਅਸੀਂ ਸੱਚ ਦੀ ਸੰਗਤ ਕਰ ਰਹੇ ਹਾਂ। ਜੇ ਤੁਸੀਂ ਘਰ ਵਿੱਚ ਬੈਠ ਕੇ ਸੱਚ ਦੀ ਬਾਣੀ ਦੀ ਗੱਲ ਕਰਦੇ ਹੋ ਤਾਂ ਇਹਦਾ ਮਤਲਬ ਸਤਸੰਗ ਕਰ ਰਹੇ ਹੋ। ਲੇਕਿਨ ਹਰ ਵਕਤ ਸਤਸੰਗ ਕੀ ਹੈ? ਹਰ ਵਕਤ, ਹਰ ਪਲ। ਹੁਣ ਜ਼ਰੂਰੀ ਨਹੀਂ ਕਿ ਜੋ ਸਤਸੰਗਤ ਵਿੱਚ ਬੈਠੇ ਨੇ ਉਹ ਸਾਰੇ ਸੱਚ ਦੀ ਸੰਗਤ ਵੀ ਕਰ ਰਹੇ ਹੋਣ। ਮਿਸਾਲ ਵਜੋਂ ਮੈਂ ਹੀ ਹਾਂ, ਤਾਂ ਮੈਂ ਹੁਣ ਜ਼ਬਾਨ ਦੇ ਨਾਲ ਤੇ ਬਾਣੀ ਦੀ ਗੱਲ ਕਰ ਰਿਹਾ, ਲੇਕਿਨ ਹੋ ਸਕਦਾ ਹੈ ਮੇਰੀ ਸੁਰਤ ਜਿਹੜੀ ਹੈ ਉਹ ਕਿਸੇ ਵਿਕਾਰ ਦੇ ਅੰਦਰ ਫਸੀ ਹੋਈ, ਮੇਰੇ ਅੰਦਰ ਸੋਚ ਜਿਹੜੀ ਉਹ ਮਾੜੀ ਚੱਲ ਰਹੀ ਹੋਏ, ਅੰਦਰ ਮੇਰੇ ਝੂਠ ਚੱਲ ਰਿਹਾ ਹੋਏ, ਤਾਂ ਮੇਰੀ ਸੁਰਤ ਫਿਰ ਝੂਠ ਦੀ ਸੰਗਤ ਕਰ ਰਹੀ ਹੈ ਨਾ। ਜਦੋਂ ਅਸੀਂ ਜ਼ਿੰਦਗੀ ਜੀਂਦੇ ਹਾਂ ਉਦੋਂ ਸਾਡੇ ਮਨ ਵਿੱਚ ਕਿਹੜੇ ਵਿਚਾਰ ਚੱਲ ਰਹੇ ਨੇ, ਸਾਡਾ ਮਨ ਉਹਨਾਂ ਵਿਚਾਰਾਂ ਦੀ ਸੰਗਤ ਕਰ ਰਿਹਾ ਹੈ, ਚਾਹੇ ਉਹ ਨੈਗੇਟਿਵ ਨੇ ਜਾਂ ਪੋਜ਼ਿਟਿਵ ਨੇ। ਅਸੀਂ ਅੰਦਰ ਆਪਣੇ ਝੂਠ ਸੋਚ ਰਹੇ ਹਾਂ ਜਾਂ ਸੱਚ ਬਾਰੇ ਸੋਚ ਰਹੇ ਹਾਂ। ਜੋ ਚੀਜ਼ ਅਸੀਂ ਸੋਚ ਰਹੇ ਹਾਂ, ਸਾਡਾ ਮਨ ਉਸ ਚੀਜ਼ ਦੀ ਸੰਗਤ ਕਰ ਰਿਹਾ ਹੈ। ਇਸ ਲਈ ਅਸੀਂ ਸੁਰਤ ਨੂੰ ਸੱਚ ਦੇ ਨਾਲ ਜੋੜਨਾ ਹੈ। ਇਹਨੂੰ ਕਹਿੰਦੇ ਨੇ ਸੱਚ ਦੀ ਸੰਗਤ, ਕਿ ਸਾਡੀ ਸੁਰਤ ਹਮੇਸ਼ਾ ਸੱਚ ਦੇ ਨਾਲ ਜੁੜੀ ਰਹੇ। ਕਰੋੜਾਂ ਲੋਕ ਐਸੇ ਨੇ ਜਿਹੜੇ ਇਹ ਮੰਗਦੇ ਨੇ ਕਿ ਸਾਡੀ ਸੁਰਤ ਸੱਚ ਦੇ ਨਾਲ ਜੁੜੀ ਰਹੇ। ਪਾਰ ਬ੍ਰਹਮ ਤਿਨ ਲਾਗਾ ਰੰਗ, ਰੰਗ ਦਾ ਮਤਲਬ ਪਿਆਰ। ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਲੱਗ ਜਾਂਦਾ ਹੈ, ਪਿਆਰ ਲੱਗ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਰੱਬ ਦਾ ਪਿਆਰ ਪੈਦਾ ਹੋ ਜਾਂਦਾ ਹੈ। ਜਿਹੜੇ ਮੰਗਦੇ ਨੇ, ਜਿਨ੍ਹਾਂ ਦੀ ਚਾਹਤ ਹੈ, ਜਿਨ੍ਹਾਂ ਦੇ ਅੰਦਰ ਪ੍ਰਬਲ ਇੱਛਾ ਹੈ, ਉਹਨਾਂ ਨੂੰ ਫਿਰ ਰੱਬੀ ਗੁਣਾਂ ਦਾ ਪਿਆਰ ਲੱਗ ਜਾਂਦਾ ਹੈ। ਉਹ ਰੱਬੀ ਗੁਣਾਂ ਦੇ ਪਿਆਰ ਦੇ ਵਿੱਚ ਜੀਂਦੇ ਨੇ। ਹੁਣ ਦੇਖੋ, ਇਹ ਸਾਡੇ ਤੇ ਡਿਪੈਂਡ ਕਰੇਗਾ ਨਾ ਕਿੰਨਾ ਸੌਖਾ ਸਾਧਨ ਦੱਸ ਰਹੇ ਨੇ, ਕਿ ਜੇ ਸਾਡੀ ਚਾਹਤ ਹੋਵੇ ਕਿ ਮੈਂ ਸੱਚ ਬੋਲਣਾ ਹੈ, ਦਇਆ ਦੇ ਨਾਲ ਰਹਿਣਾ ਹੈ, ਪਿਆਰ ਨਾਲ ਰਹਿਣਾ ਹੈ, ਉੱਚਾ ਆਚਰਨ ਬਣਾਉਣਾ ਹੈ, ਤਾਂ ਇਹਦਾ ਪਿਆਰ ਲੱਗ ਜਾਏਗਾ, ਰੱਬ ਦੇ ਗੁਣਾਂ ਦਾ ਪਿਆਰ ਲੱਗ ਜਾਏਗਾ। ਜਿਨ ਕੋ ਹੋਏ ਆਪ ਸੁਪ੍ਰਸੰਨ, ਇਹਨੂੰ ਸੋ ਪ੍ਰਸੰਨ ਵੱਖਰਾ ਨਹੀਂ ਪੜਨਾ, ਸੁਪ੍ਰਸੰਨ। ਸੁਪ੍ਰਸੰਨ ਦਾ ਮਤਲਬ ਚੰਗੀ ਤਰ੍ਹਾਂ ਪ੍ਰਸੰਨ, ਜਿਨ੍ਹਾਂ ਦੇ ਉੱਤੇ ਆਪ ਤਰੁੱਠਦਾ ਹੈ, ਜਿਨ੍ਹਾਂ ਤੇ ਅਕਾਲ ਪੁਰਖ ਆਪ ਖੁਸ਼ ਹੁੰਦਾ ਹੈ,
ਜੋ ਉਹਦੀ ਖੁਸ਼ੀ ਦਾ ਪਾਤਰ ਬਣਦੇ ਨੇ। ਤੇ ਹੁਣ ਇਹ ਦੇਖੋ ਖੁਸ਼ ਕਿੰਨਾ ਤੇ ਹੁੰਦਾ ਹੈ ਰੱਬ, ਜਿਹੜੇ ਉਹਦੀ ਰਜ਼ਾ ਵਿੱਚ ਤੁਰਨਗੇ ਉਹਨਾਂ ਤੇ ਨਾ। ਹੁਣ ਰੱਬ ਦੀ ਪ੍ਰਸੰਨਤਾ ਪਾਉਣ ਦਾ ਸਾਧਨ ਕੀ ਹੈ? ਰੱਬ ਦੀ ਰਜ਼ਾ ਵਿੱਚ ਤੁਰਨਾ। ਜੇ ਕੋਈ ਬੱਚਾ ਮਾਂ-ਬਾਪ ਦੀ ਪ੍ਰਸੰਨਤਾ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹਦਾ ਇੱਕੋ ਹੀ ਸਾਧਨ ਹੈ ਕਿ ਮਾਂ-ਬਾਪ ਦੇ ਨਾਲ ਪਿਆਰ ਕਰੇ, ਮਾਂ-ਬਾਪ ਦਾ ਸਤਿਕਾਰ ਕਰੇ, ਮਾਂ-ਬਾਪ ਦੇ ਹੁਕਮ ਦੇ ਵਿੱਚ ਰਹੇ, ਤਾਂ ਮਾਂ-ਬਾਪ ਵੱਲੋਂ ਪਿਆਰ ਮਿਲੇਗਾ। ਲੇਕਿਨ ਜੇ ਕੋਈ ਬੱਚਾ ਮਾਂ-ਬਾਪ ਦੀ ਆਗਿਆ ਵਿੱਚ ਨਹੀਂ, ਨਿਰਾਦਰ ਕਰਦਾ ਹੈ, ਡਰੱਗ ਖਾਂਦਾ ਹੈ, ਲੇਕਿਨ ਐਸੇ ਕਰਮ ਕਰਦਾ ਹੈ ਤੇ ਮਾਂ-ਬਾਪ ਦੇ ਪਿਆਰ ਤੋਂ ਵਾਂਝਾ ਹੋ ਜਾਏਗਾ ਨਾ, ਆਪ ਹੋ ਜਾਏਗਾ। ਤਾਂ ਰੱਬ ਸਾਰਿਆਂ ਤੇ ਹੀ ਖੁਸ਼ੀ ਬਰਸਾਉਂਦਾ ਹੈ, ਸਾਰਿਆਂ ਦੇ ਉੱਤੇ ਹੀ ਦਇਆ ਕਰਦਾ ਹੈ। ਜਿਹੜੇ ਲੋਕ ਰੱਬ ਦੀ ਦਇਆ ਦੇ ਪਾਤਰ ਬਣ ਜਾਂਦੇ ਨੇ, ਉਹਦੀ ਰਜ਼ਾ ਵਿੱਚ ਤੁਰਦੇ ਨੇ, ਨਾਨਕ ਤੇ ਜਨ ਸਦਾ ਧਨ ਧਨ। ਧਨ ਧਨ ਦਾ ਮਤਲਬ ਭਾਗਾਂ ਵਾਲੇ ਨੇ। ਉਹ ਮਨੁੱਖ ਸਦਾ ਭਾਗਾਂ ਵਾਲੇ ਨੇ, ਧਨਤਾ ਯੋਗ ਨੇ, ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ, ਸ਼ਾਬਾਸ਼ ਉਹਨਾਂ ਦੀ ਜ਼ਿੰਦਗੀ ਨੂੰ। ਉਹ ਸੰਸਾਰ ਤੋਂ ਸ਼ਾਬਾਸ਼ ਖੱਟਦੇ ਨੇ, ਉਹਨਾਂ ਨੂੰ ਲੋਕ ਧਨਤਾ ਵਾਲੇ ਕਹਿੰਦੇ ਨੇ, ਉਹਨਾਂ ਨੂੰ ਲੋਕ ਭਾਗਾਂ ਵਾਲੇ ਕਹਿੰਦੇ ਨੇ ਕਿ ਇਹ ਭਾਗਾਂ ਵਾਲਾ ਹੈ। ਉਹਨਾਂ ਦੇ ਮੱਥੇ ਦੇ ਭਾਗ ਮਾਨੋ ਜਾਗ ਪਏ ਨੇ, ਭਾਵ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਹੈ, ਉਹਨਾਂ ਦੇ ਜੀਵਨ ਵਿੱਚ ਆਨੰਦਮਈ ਜੀਵਨ ਹੈ ਉਹਨਾਂ ਦਾ ਆਉਣਾ ਮੁਬਾਰਕ ਹੈ ਇਸ ਸੰਸਾਰ। ਕਈ ਕੋਟ ਖਾਣੀ ਔਰ ਖੰਡ। ਖਾਣੀ ਦਾ ਮਤਲਬ ਸਾਰੇ ਜਗਤ ਦੀ ਉਤਪत्ति ਦੇ ਵਸੀਲੇ। ਅੰਡਜ ਜੇਰਜ ਸੇਤਜ ਉਤਪੁਜ। ਅੰਡਜ ਦਾ ਮਤਲਬ ਅੰਡੇ ਤੋਂ ਹੋਣ ਵਾਲੇ ਜੀਵ, ਜੇਰਜ ਦਾ ਮਤਲਬ ਜਿਉਰ ਤੋਂ ਪੈਦਾ ਹੋਣ ਵਾਲੇ, ਸੇਤਜ ਦਾ ਮਤਲਬ ਮੁੜਕੇ ਤੋਂ, ਤੇ ਉਤਪੁਜ ਦਾ ਮਤਲਬ ਪਾਣੀ ਦੀ ਰਾਹੀਂ ਪੈਦਾ ਹੋਣ ਵਾਲੇ ਜੀਵ। ਵੈਸੇ ਇਹ ਚਾਰ ਖਾਣੀਆਂ ਮੰਨੀਆਂ ਨੇ ਨਾ, ਪਰ ਗੁਰੂ ਜੀ ਕਹਿੰਦੇ ਨੇ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ। ਸਾਡੀ ਪਕੜ ਵਿੱਚ ਚਾਰ ਖਾਣੀਆਂ ਆਈਆਂ ਨੇ, ਪਰ ਗੁਰੂ ਜੀ ਕਹਿੰਦੇ ਨੇ ਪੈਦਾਇਸ਼ ਤੇ ਸਿਰਫ ਚਾਰ ਹੀ ਸਾਧਨ ਨੇ, ਕਰੋੜਾਂ ਨੇ। ਸੰਤ ਇਸ ਧਰਤੀ ਦੇ ਉੱਤੇ ਚਾਰ ਪੈਦਾਇਸ਼ ਦੇ ਸਾਧਨ ਸਾਡੀ ਪਕੜ ਵਿੱਚ ਆਏ, ਪਰ ਰੱਬ ਦੀ ਰਜ਼ਾ ਦੇ ਵਿੱਚ ਸਿਰਫ ਚਾਰ ਹੀ ਨਹੀਂ, ਕਈ ਕੋਟ ਖਾਣੀ ਔਰ ਖੰਡ। ਕਈ ਖੰਡ ਦਾ ਮਤਲਬ 9 ਖੰਡ ਮੰਨੇ ਗਏ ਨੇ ਨਾ ਧਰਤੀ ਦੇ 9 ਹਿੱਸੇ ਮੰਨੇ ਨੇ, ਪਰ ਗੁਰੂ ਜੀ ਕਹਿੰਦੇ ਨੇ ਧਰਤੀ ਦੇ 9 ਖੰਡਾਂ 4 ਖਾਣੀਆਂ ਦੀ ਰਾਹੀਂ ਕਰੋੜਾਂ ਜੀਵ ਉਤਪੰਨ ਹੋ ਰਹੇ ਨੇ। 9 ਖੰਡਾਂ ਵਿੱਚ ਜਾਂ 4 ਖਾਣੀਆਂ ਦੀ ਰਾਹੀਂ ਕਰੋੜਾਂ ਜੀਵ ਪੈਦਾ ਹੋਏ ਨੇ, ਕਰੋੜਾਂ ਹੀ ਨੇ ਇਸ ਦੁਨੀਆ ਦੇ ਵਿੱਚ। ਕਈ ਕੋਟ ਆਕਾਸ਼ ਬ੍ਰਹਿਮੰਡ। ਸਾਰੇ ਆਕਾਸ਼ਾਂ ਬ੍ਰਹਿਮੰਡਾਂ ਵਿੱਚ ਕਰੋੜਾਂ ਜੀਵ ਨੇ, ਜਾਂ ਕਈ ਕਰੋੜਾਂ ਅਸਮਾਨ ਨੇ, ਸੂਰਜ ਨੇ ਔਰ ਬ੍ਰਹਿਮੰਡ ਨੇ। ਇਹਨਾਂ ਦਾ ਕੋਈ ਅੰਤ ਨਹੀਂ ਕਿ ਇਸ ਦੁਨੀਆ ਦੇ ਵਿੱਚ ਕਿੰਨੇ ਕੁ ਸੂਰਜ ਨੇ, ਕਿੰਨੇ ਕੁ ਚੰਦਰਮਾ ਨੇ, ਕਿੰਨੀਆਂ ਧਰਤੀਆਂ ਨੇ। ਇਹਨਾਂ ਚੀਜ਼ਾਂ ਦਾ ਬਿਲਕੁਲ ਵੀ ਕੋਈ ਅੰਤ ਨਹੀਂ ਹੈ। ਕਿੰਨੇ ਖੰਡ ਮੰਡਲ ਬ੍ਰਹਿਮੰਡ ਨੇ, ਕਿੰਨੀਆਂ ਧਰਤੀਆਂ, ਕਿੰਨੇ ਸੂਰਜ, ਕਿੰਨੇ ਤਾਰੇ, ਕਿੰਨੇ ਗ੍ਰਹਿ, ਕਿੰਨੇ ਨਕਸ਼ਤਰ, ਕਿੰਨੀਆਂ ਆਕਾਸ਼ ਗੰਗਾਵਾਂ, ਇਹਨਾਂ ਦਾ ਕੋਈ ਅੰਤ ਨਹੀਂ ਹੈ। ਕਈ ਕੋਟ ਹੋਏ ਅਵਤਾਰ। ਅਵਤਾਰ ਦਾ ਮਤਲਬ ਜੋ ਪੈਦਾ ਹੁੰਦੇ ਨੇ, ਪੈਦਾ ਕੀਤੇ ਹੋਏ ਜੀਵ। ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਨੇ, ਕਿਉਂਕਿ ਗੁਰਬਾਣੀ ਅਵਤਾਰਵਾਦ ਨੂੰ ਨਹੀਂ ਮੰਨਦੀ ਕਿ ਕੋਈ ਰੱਬ ਦਾ ਵੀ ਅਵਤਾਰ ਹੁੰਦਾ ਹੈ, ਰੱਬ ਅਵਤਾਰ ਧਾਰਦਾ ਹੈ। ਹੁਣ ਪਾਵਨ ਬਾਣੀ ਦੇ ਅੰਦਰ ਅਵਤਾਰਵਾਦ ਨੂੰ ਨਹੀਂ ਮੰਨਿਆ ਗਿਆ। ਅਵਤਾਰ ਦਾ ਮਤਲਬ ਹੁੰਦਾ ਹੈ ਜਨਮ ਲੈਣਾ। ਤਾਂ ਕਰੋੜਾਂ ਹੀ ਪ੍ਰਾਣੀ ਇੱਥੇ ਪੈਦਾ ਹੋ ਰਹੇ ਨੇ, ਤੇ ਜਿਨ੍ਹਾਂ ਨੂੰ ਲੋਕ ਅਵਤਾਰ ਕਹਿੰਦੇ ਨੇ, ਗੁਰੂ ਜੀ ਕਹਿੰਦੇ ਨੇ ਕਰੋੜਾਂ ਨੇ ਜੋ ਪੈਦਾ ਹੋ ਰਹੇ ਨੇ, ਯਾਨੀ ਅਨੰਤ ਜੀਵ ਇਸ ਦੁਨੀਆ ਦੇ ਵਿੱਚ ਪੈਦਾ ਹੋ ਰਹੇ ਨੇ। ਜੇ ਹੁਣ ਅਸੀਂ ਕਹੀਏ ਕਿ ਰੱਬ ਫਲਾਂ ਬੰਦੇ ਦਾ ਰੂਪ ਧਾਰਨ ਕਰਕੇ ਇਸ ਦੁਨੀਆ ਤੇ ਆਇਆ, ਰੱਬ ਨੇ ਅਵਤਾਰ ਧਾਰਿਆ, ਤਾਂ ਜਿਹਨੇ ਅਵਤਾਰ ਧਾਰਨਾ ਉਹ ਮਾਂ ਦੇ ਪੇਟ ਚੋਂ ਜਨਮੇਗਾ ਨਾ, ਤੇ ਜਿਹੜਾ ਭਾਈ ਜਨਮੇਗਾ ਉਹ ਮਰੇਗਾ ਵੀ ਜ਼ਰੂਰ। ਇਹਦਾ ਮਤਲਬ ਫਿਰ ਰੱਬ ਮਰਿਆ ਤੇ ਜੰਮਿਆ ਤੇ ਫਿਰ ਮਰ ਗਿਆ ਨਾ, ਰੱਬ ਮਰ ਗਿਆ, ਪਰ ਰੱਬ ਮਰਦਾ ਥੋੜਾ। ਗੁਰੂ ਜੀ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾਂ ਕੋਰੇ। ਵੀ ਤੁਸੀਂ ਕਹਿੰਦੇ ਹੋ ਕਿ ਰੱਬ ਜਿਹੜਾ ਹੈ ਨੰਦ ਦਾ ਪੁੱਤਰ ਹੈ। ਕ੍ਰਿਸ਼ਨ ਜੀ ਦੇ ਪਿਤਾ ਜੀ ਦਾ ਨਾਮ ਨੰਦ ਸੀ ਨਾ, ਨੰਦ ਦਾ ਪੁੱਤਰ ਹੈ ਰੱਬ। ਤੇ ਹੁਣ ਗੁਰੂ ਜੀ ਕਹਿੰਦੇ ਨੇ ਫਿਰ ਨੰਦ ਕਿਹਦਾ ਪੁੱਤਰ ਹੈ? ਤੁਮ ਜੋ ਕਹਿਤ ਹੋ
नंद को नंदन, नंदन का मतलब पुत्र। तुसी कहंदे हो कि रब नंद का पुत्र है, नंद सो नंदन कांकोर है, वो किहदा पुत्र है? धरन आकाश दसों दिस नाही, तब ये नंद कहां थोड़े। कि ਜਦੋਂ ਧਰਤੀ ਆਕਾਸ਼ ਆਦਿਕ ਹੈ ਹੀ ਨਹੀਂ ਸੀ, ਉਦੋਂ ਰੱਬ ਦਾ ਪਿਓ ਕਿੱਥੇ ਸੀ? ਠੀਕ ਹੈ ਨਾ। ਇਸ ਲਈ ਭਗਤ हेत अवतार लियो है, भाग बड़ो बपुरा कोरे, कबीर को स्वामी ऐसो ठाकुर जाके माई ना बापूरे। मेरा रब वो है जिदा कोई मां प्यो नहीं है। गुरुदेव ने पावन बाणी विच बचन कीता है, सगली थीत पाशदार राखी, अष्टम थीत गोविंद जन्मासी। भरम भूले नर करत कचरायण, जन्म मरण ते रहत नारायण, कर पंजीर खवायो चोर। कि तू पंजीरियां बना बना के चोरी चोरी रब नूं खवाना है। ਉਹ ਜਨਮ ਨਾ ਮਰੇ ਰੇ ਸਾਕਤ ਢੋਰ। ਇਹ ਪਸ਼ੂ ਬਿਰਤੀ ਇਨਸਾਨ ਰੱਬ ਜੰਮ ਕੇ ਮਰਦਾ ਨਹੀਂ, ਨਾ ਰੱਬ ਜੰਮਦਾ ਹੈ ਨਾ ਰੱਬ ਮਰਦਾ ਹੈ। ਸਗਲ ਪਰਾਧ ਦੇਹ ਲੋਰੋਨੀ, ਸੋ ਮੁਖ ਜਲੋ ਜਿਤ ਕਹੇ ਠਾकुर ਜੋਨੀ। ਤੇਰਾ ਉਹ ਮੂੰਹ ਸੜ ਜਾਏ, ਤੇਰੀ ਉਹ ਜ਼ਬਾਨ ਸੜੇ, ਜਿਹੜੀ ਜ਼ਬਾਨ ਨਾਲ ਤੂੰ ਇਹ ਕਹਿਣਾ ਵੀ ਰੱਬ ਜੂਨ ਵਿੱਚ ਆਉਂਦਾ। ਤਾਂ ਕਈ ਕੋਟ ਹੋਏ ਅਵਤਾਰ ਦਾ ਮਤਲਬ ਕਰੋੜਾਂ ਹੀ ਜੀਵ ਇੱਥੇ ਜਨਮ ਲੈ ਰਹੇ ਨੇ। ਕਈ ਜੁਗਤ ਕੀਨੋ ਵਿਸਥਾਰ, ਵਿਸਥਾਰ ਦਾ ਮਤਲਬ ਖਲਾਰਾ। ਕਈ ਤਰੀਕਿਆਂ ਦੇ ਨਾਲ ਰੱਬ ਨੇ ਆਪਣਾ ਵਿਸਥਾਰ ਕੀਤਾ ਹੋਇਆ ਹੈ, ਆਪ ਹੀ ਖਿਲਰਿਆ ਹੋਇਆ ਹੈ, ਆਪ ਹੀ ਪਸਰਿਆ ਹੋਇਆ ਹੈ। ਕਈ ਜੁਗਤ ਕਈ ਤਰੀਕਿਆਂ ਨਾਲ ਕੀਨੋ ਵਿਸਥਾਰ ਖਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਪਸਰਿਆ ਹੋਇਆ ਹੈ, ਆਪਣਾ ਹੀ ਵਿਸਥਾਰ ਕੀਤਾ ਹੋਇਆ ਹੈ। ਕਈ ਵਾਰ ਪਸਰਿਓ ਪਾਸਾਰ, ਕਈ ਵਾਰ ਜਗਤ ਰਚਨਾ ਕੀਤੀ, ਕਈ ਵਾਰ ਪਸਾਰਾ ਪਸਰਿਆ। ਸਦਾ ਸਦਾ ਇੱਕ ਏਕੰਕਾਰ, ਪਰ ਅਦੁੱਤੀ ਪ੍ਰਭੂ ਇੱਕੋ ਹੀ ਰਹਿੰਦਾ ਹੈ, ਆਪ ਇੱਕ ਹੀ ਹੈ। ਅਨੇਕਾਂ ਖਿਲਾਰੇ ਨੇ, ਅਨੇਕਾਂ ਰੂਪ ਨੇ, ਪਰ ਹੈ ਉਹ ਇੱਕੋ ਹੀ ਹੈ। ਜਿਵੇਂ ਸੋਨੇ ਦੇ ਹਜ਼ਾਰਾਂ ਗਹਿਣੇ ਬਣਾ ਦਿੱਤੇ ਜਾਣ, ਹਜ਼ਾਰਾਂ ਕਿਸਮਾਂ ਦੇ ਬਣਾ ਦਿੱਤੇ ਜਾਣ, ਹਜ਼ਾਰਾਂ ਡਿਜ਼ਾਈਨਾਂ ਦੇ, ਹਜ਼ਾਰਾਂ ਆਕਾਰ ਦੇ ਦਿੱਤੇ ਜਾਣ। ਦੇਖੋ ਛਾਪ ਹੈ, ਲੋਕ ਪਾਉਂਦੇ ਨੇ ਨਾ, ਤੇ ਛਾਪਾਂ ਹੀ ਕਿੰਨੇ ਕਿਸਮ ਦੇ ਡਿਜ਼ਾਈਨ ਨੇ, ਛੱਲਿਆਂ ਦੇ ਨੇ, ਚੂੜੀਆਂ ਦੇ ਨੇ, ਜੰਜੀਰਾਂ ਦੇ ਨੇ, ਜਾਂ ਜਿੰਨੇ ਵੀ ਗਹਿਣੇ ਨੇ, ਹਜ਼ਾਰਾਂ ਕਿਸਮ ਦੇ ਗਹਿਣੇ, ਅੱਗੋਂ ਉਹਨਾਂ ਦੇ ਹਜ਼ਾਰਾਂ ਡਿਜ਼ਾਈਨ, ਪਰ ਉਹ ਹੈ ਕੀ? ਸਾਰਾ ਸੋਨਾ ਹੀ ਹੈ ਨਾ। ਇਸੇ ਤਰ੍ਹਾਂ ਹਜ਼ਾਰਾਂ ਕਿਸਮ ਦੇ ਸਰੀਰ ਨੇ, ਹਜ਼ਾਰਾਂ ਕਿਸਮ ਦੇ ਰੂਪ ਨੇ, ਰੰਗ ਨੇ, ਰੇਖ ਹੈ, ਆਕਾਰ ਹੈ, ਆਵਾਜ਼ ਹੈ, ਸੋਚ ਹੈ ਤੇ ਰੱਬ ਹੀ ਸਾਰਾ ਪਸਰਿਆ ਹੋਇਆ। ਕੋਟ ਕਈ ਕੋਟ ਕੀਨੇ ਬਹੁ ਭਾਂਤ, ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਨੇ। ਭਾਂਤ ਦਾ ਮਤਲਬ ਕਿਸਮ, ਕਰੋੜਾਂ ਜੀਵ ਕਈ ਕਿਸਮਾਂ ਦੇ ਪੈਦਾ ਕੀਤੇ ਹੋਏ ਨੇ, ਉਹਨਾਂ ਦਾ ਅੰਤ ਨਹੀਂ ਹੈ। ਪ੍ਰਭ ਤੇ ਹੋਏ ਪ੍ਰਮਾਹੇ ਸਮਾਤ, ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੇ ਨੇ। ਜਿਹਦੇ ਵਿੱਚੋਂ ਪੈਦਾ ਹੋਏ ਉਹਦੇ ਵਿੱਚ ਹੀ ਸਮਾ ਗਏ। ਜਿਵੇਂ ਸਮੁੰਦਰ ਬਿਲਕੁਲ ਸ਼ਾਂਤ ਖੜਾ ਹੈ ਤੇ ਹਨੇਰੀ ਚੱਲ ਪਈ, ਹਵਾ ਚੱਲ ਪਈ, ਲਹਿਰਾਂ ਪੈਦਾ ਹੋ ਗਈਆਂ, ਸਮੁੰਦਰ ਲਹਿਰਾਂ ਨਾਲ ਭਰ ਗਿਆ। ਅਨਲ ਅਗਮ ਜੈਸੇ ਲਹਿਰ ਮੈਂ ਉਦਦ। ਹੁਣ ਇੰਜ ਜਾਪਦਾ ਕਿੰਨੀਆਂ ਹਜ਼ਾਰਾਂ ਲੱਖਾਂ ਲਹਿਰਾਂ ਉੱਠ ਰਹੀਆਂ ਨੇ, ਪਰ ਜਦੋਂ ਤੂਫਾਨ ਸ਼ਾਂਤ ਹੋਇਆ, ਹਨੇਰੀ ਬੰਦ ਹੋਈ, ਲਹਿਰਾਂ ਬਿਲਕੁਲ ਖਤਮ ਹੋ ਗਈਆਂ ਤੇ ਸਮੁੰਦਰ ਫਿਰ ਸ਼ਾਂਤ ਖੜਾ ਹੈ। ਕਿੱਥੇ ਗਈਆਂ ਲਹਿਰਾਂ? ਕਿੱਥੋਂ ਪੈਦਾ ਹੋਈਆਂ ਸਨ? ਪਾਣੀ ਹੀ ਸੀ ਨਾ, ਸਮੁੰਦਰ ਹੀ ਸੀ। ਸਮੁੰਦਰ ਵਿੱਚ ਹੀ, ਪਾਣੀ ਵਿੱਚ ਹੀ ਪਾਣੀ ਲੀਨ ਹੋ ਗਿਆ। ਇਹ ਜੀਵ ਰੱਬ ਚੋਂ ਪੈਦਾ ਹੋਏ, ਰੱਬ ਵਿੱਚ ਹੀ ਲੀਨ ਹੋ ਗਏ। ਜਿਵੇਂ ਆਪਾਂ ਕਈ ਵਾਰ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਜਦੋਂ ਅਸੀਂ ਮਰਾਂਗੇ, ਸਾਡੇ ਸਰੀਰ ਨੂੰ ਜਲਾਇਆ ਜਾਏਗਾ, ਪੰਜ ਤੱਤ ਨੇ ਸੰਸਾਰ ਤੋਂ ਪੈਦਾ ਹੋਏ ਇਹਦੇ ਵਿੱਚ ਮਿਲ ਜਾਣਗੇ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, रोवन हारे की कौन टेक, कौन मुआरे कौन हुआ, ब्रह्म ज्ञानी मिल करो बेचारा, एक तो चल पया अगली किच खबर ना पाई, रोवन हार की उठ सिधाई, परम हो के बंध बंध सुखन पै पतलायन, नह को हुआ नह मरने जोग, ओ अविनाशी है की होग। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਤੋਂ ਪੈਦਾ ਹੋਏ, ਪ੍ਰਭੂ ਵਿੱਚ ਸਮਾ ਗਏ। ਤਾਕਾ ਅੰਤ ਨਾ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਗੁਰੂ ਜੀ ਕਹਿੰਦੇ ਨੇ ਉਹਦਾ ਅੰਤ ਕੋਈ ਨਹੀਂ ਜਾਣ ਸਕਦਾ, ਆਪਣੇ ਵਰਗਾ ਆਪ ਹੀ ਹੈ, ਔਰ ਇਸ ਸੰਸਾਰ ਦੇ ਵਿੱਚ ਆਪ ਹੀ ਪਸਰਿਆ ਹੋਇਆ ਹੈ।
कई कोट पार ब्रह्म के दास, करोड़ां जीव ने जो प्रभु दे सेवक ने, जो रब्बी रजा विच तुरदे ने। तिन होवत आत्म प्रगास, ਉਹਨਾਂ ਦੇ ਆਤਮ ਵਿੱਚ, ਉਹਨਾਂ ਦੇ ਆਪਣੇ ਦੇ ਅੰਦਰ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ। ਜਿਹੜੇ ਉਹਦੇ ਦਾਸ ਨੇ, ਜੋ ਉਹਦੀ ਰਜਾ ਵਿੱਚ ਤੁਰਦੇ ਨੇ, ਉਹਨਾਂ ਦੇ ਅੰਦਰ ਉਹਦਾ ਪ੍ਰਕਾਸ਼ ਹੋ ਜਾਂਦਾ ਹੈ। ਭਾਵ ਉਹਨਾਂ ਨੂੰ ਸਮਝ ਆ ਜਾਂਦੀ, ਉਹਦੇ ਅੰਦਰ ਉਹਦੇ ਗੁਣ ਪ੍ਰਗਟ ਹੋ ਜਾਂਦੇ ਹਨ। ਕਈ ਕੋਟ ਤਤ ਕੇ ਵਿਅਕਤੀ, ਤਤ ਦਾ ਮਤਲਬ ਅਸਲੀਅਤ, ਕਰੋੜਾਂ ਜੀਵ ਨੇ ਜੋ ਜਗਤ ਦੇ ਅਸਲੇ ਅਕਾਲ ਪੁਰਖ ਦੇ ਮਹਿਰਮ ਨੇ, ਤਤ ਨੂੰ ਜਾਣਦੇ ਨੇ। ਕਰੋੜਾਂ ਨੇ ਐਸੇ ਲੋਕ ਜਿਹੜੇ ਤਤ ਨੂੰ ਜਾਣਦੇ ਨੇ, ਅਸਲੀਅਤ ਨੂੰ ਜਾਣਦੇ ਨੇ। ਅਸਲੀਅਤ ਇਹ ਹੈ ਕਿ ਇਹ ਦਿਸਦਾ ਸੰਸਾਰ ਰੱਬ ਤੋਂ ਵੱਖਰਾ ਨਹੀਂ, ਹਰ ਜੀਵ ਦੇ ਅੰਦਰ ਉਹ ਸਮਾਇਆ ਹੋਇਆ ਹੈ। ਇਹ ਜੀਵ ਉਹਦੀਆਂ ਲਹਿਰਾਂ ਨੇ। ਸਦਾ ਨਿਹਾਰੇ ਏਕੋ ਨੇਤਰੇ, ਤੇ ਜਿਹੜੇ ਤਤ ਨੂੰ ਜਾਣਦੇ ਨੇ ਉਹ ਸਦਾ ਇੱਕ ਪ੍ਰਭੂ ਨੂੰ ਹੀ ਹਰ ਥਾਂ ਵੇਖਦੇ ਨੇ, ਇੱਕੋ ਦ੍ਰਿਸ਼ਟੀ ਦੇ ਨਾਲ ਵੇਖਦੇ ਨੇ ਸਾਰਿਆਂ ਨੂੰ। ਸਾਰਿਆਂ ਦੇ ਵਿੱਚ ਉਹ ਰੱਬ ਨੂੰ ਵੇਖਦੇ ਨੇ। ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਬ੍ਰਹਮ ਗਿਆਨੀ ਸਦਾ ਸਮਦਰਸੀ, ਰੱਬ ਨੂੰ ਜਾਣਨ ਵਾਲੇ ਸਮਦਰਸੀ ਨੇ, ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦੇ ਨੇ। ਉਹਨਾਂ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ, ਉਹ ਇੱਕ ਨੂੰ ਹੀ ਹਰ ਥਾਂ ਤੇ ਪਸਰਿਆ ਹੋਇਆ ਤੱਕਰੇ ਨੇ। ਕਈ ਕੋਟ ਨਾਮ ਰਸ ਪੀਵੇਂ, ਕਈ ਕਰੋੜਾਂ ਲੋਕ ਨੇ ਜੋ ਪ੍ਰਭੂ ਦੇ ਨਾਮ ਦੇ ਰਸ ਨੂੰ ਪੀ ਰਹੇ ਨੇ, ਮਾਣ ਰਹੇ ਨੇ। ਨਾਮ ਦਾ ਮਤਲਬ ਹੁਕਮ, ਰੱਬੀ ਰਜਾ ਦੇ ਅੰਦਰ ਤੁਰ ਕੇ ਉਸ ਸੁੱਖ ਨੂੰ ਮਾਣ ਰਹੇ ਨੇ। ਕਈ ਕਰੋੜਾਂ ਨੇ ਐਸੇ ਲੋਕ ਹੋ ਚੁੱਕੇ ਨੇ। ਅਮਰ ਭੈ ਸਦ ਸਦ ਹੀ ਜੀਵੇਂ, ਤੇ ਜਿਹੜੇ ਰੱਬੀ ਰਜਾ ਵਿੱਚ ਤੁਰਦੇ ਨੇ, ਜੋ ਰੱਬ ਦੇ ਗੁਣਾਂ ਦੇ ਰਸ ਨੂੰ ਮਾਣਦੇ ਨੇ। ਅਮਰ ਭੈ ਦਾ ਮਤਲਬ ਉਹ ਅਮਰ ਹੋ ਜਾਂਦੇ ਨੇ, ਸਦਾ ਜਿਉਂਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਸਰੀਰ ਕਰਕੇ ਉਹ ਨਹੀਂ ਮਰਦੇ, ਉਹਨਾਂ ਦੀ ਜ਼ਮੀਰ ਨਹੀਂ ਕਦੇ ਮਰਦੀ, ਉਹਨਾਂ ਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ, ਉਹਨਾਂ ਦਾ ਆਤਮਿਕ ਜੀਵਨ ਕਦੇ ਖਤਮ ਨਹੀਂ ਹੁੰਦਾ, ਔਰ ਉਹ ਸਦਾ ਹੀ ਜਿਉਂਦੇ ਨੇ ਤੇ ਸੰਸਾਰ ਉਹਨਾਂ ਨੂੰ ਹਮੇਸ਼ਾ ਯਾਦ ਰੱਖਦਾ ਹੈ। ਕਈ ਕੋਟ ਨਾਮ ਗੁਣ ਗਾਵੇਂ, ਕਰੋੜਾਂ ਨੇ ਜੋ ਪ੍ਰਭੂ ਦੇ ਨਾਮ ਦੇ ਗੁਣ ਗਾਉਂਦੇ ਨੇ, ਰੱਬ ਦੇ ਹੁਕਮ ਦੇ ਗੁਣ ਗਾਉਂਦੇ ਨੇ, ਰੱਬ ਦੇ ਗੁਣਾਂ ਦਾ ਧਾਰਨੀ ਨੇ। ਆਤਮ ਰਸ ਸੁਖ ਸਹਿਜ ਸਮਾਵੇਂ, ਇੱਥੇ ਰਸ ਔਰ ਸੁਖ ਦੇ ਖੱਖੇ ਨਾਲ ਤੇ ਸੱਸੇ ਨਾਲ ਸਿਹਾਰੀ ਹੈ। ਆਤਮ ਰਸ ਦਾ ਮਤਲਬ ਆਤਮ ਰਸ ਵਿੱਚ, ਆਤਮਿਕ ਆਨੰਦ ਵਿੱਚ। ਸੁਖ ਦਾ ਮਤਲਬ ਸੁਖ ਵਿੱਚ, ਸਹਿਜ ਦਾ ਮਤਲਬ ਸਹਿਜ ਵਿੱਚ। ਉਹ ਆਤਮਿਕ ਆਨੰਦ ਵਿੱਚ, ਸੁਖ ਵਿੱਚ, ਸਹਿਜ ਅਡੋਲਤਾ ਦੇ ਅੰਦਰ ਟਿਕੇ ਰਹਿੰਦੇ ਨੇ, ਸਮਾਏ ਰਹਿੰਦੇ ਨੇ। ਯਾਨੀ ਉਹ ਮਨ ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਨੇ। ਮਨ ਬਚਨ ਕਰਮ ਕਰਕੇ ਸੁਖ ਦੇ ਅੰਦਰ ਉਹ ਟਿਕੇ ਰਹਿੰਦੇ ਨੇ। ਆਪਣੇ ਜਨ ਕੋ ਸਾਸ ਸਾਸ ਸਮਾਰੇ, ਰੱਬ ਆਪਣੇ ਪਿਆਰਿਆਂ ਨੂੰ ਹਰ ਵਕਤ ਸੰਭਾਲਦਾ ਹੈ, ਹਰ ਪਲ ਉਹਨਾਂ ਦੇ ਆਤਮਿਕ ਜੀਵਨ ਦੀ ਰਾਖੀ ਕਰਦਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਰੱਬ ਵਿਤਕਰਾ ਕਰ ਰਿਹਾ ਹੈ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਰੱਬ ਦੇ ਪਿਆਰੇ ਸੱਚ ਨਾਲ, ਸੰਤੋਖ ਦੇ ਨਾਲ ਜੁੜੇ ਨੇ, ਸਿਸਟਮ ਨਾਲ, ਹੁਕਮ ਨਾਲ ਜੁੜੇ ਨੇ, ਤੇ ਉਹ ਸਤ ਸੰਤੋਖ ਗੁਣ ਤੇ ਸਿਸਟਮ ਉਹਨਾਂ ਦੀ ਪਾਲਣਾ ਕਰ ਰਿਹਾ ਹੈ। ਜਦੋਂ ਮੈਂ ਸੱਚ ਬੋਲਾਂਗਾ, ਤੁਸੀਂ ਸੱਚ ਬੋਲੋਗੇ, ਤਾਂ ਝੂਠ ਤੋਂ ਸਾਡੀ ਆਪ ਹੀ ਪਾਲਣਾ ਹੋਣੀ ਹੈ। ਝੂਠ ਸਾਡੇ ਨੇੜੇ ਹੀ ਨਹੀਂ ਆਉਣਾ। ਸੱਚ ਨੇ ਸਾਨੂੰ ਝੂਠ ਤੋਂ ਆਟੋਮੈਟਿਕਲੀ ਬਚਾਏਗਾ ਨਾ। ਸੱਚ, ਜਦੋਂ ਸਾਡੀ ਜ਼ਿੰਦਗੀ ਵਿੱਚ ਪ੍ਰੇਮ ਹੈ ਹੀ ਪ੍ਰੇਮ, ਤਾਂ ਉਸ ਪ੍ਰੇਮ ਨੇ ਸਾਨੂੰ ਈਰਖਾ ਤੋਂ ਆਪ ਹੀ ਬਚਾਉਣਾ ਹੈ। ਰੱਬ ਰਾਖੀ ਕਰ ਰਿਹਾ ਨਾ। ਤੇ ਜਿਹੜੇ ਰੱਬ ਦੇ ਸ਼ਰਨ ਵਿੱਚ ਹੀ ਨਹੀਂ ਆਏ, ਗੁਣਾਂ ਦੇ ਧਾਰਨੀ ਨਹੀਂ ਹੋਏ, ਉਹਨਾਂ ਨੂੰ ਫਿਰ ਰੱਬ ਬਚਾਏ ਕਿਵੇਂ? ਨਾਨਕ ਓਏ ਪਰਮੇਸ਼ਰ ਕੇ ਪਿਆਰੇ, ਗੁਰੂ ਜੀ ਕਹਿੰਦੇ ਨੇ ਉਹ ਰੱਬ ਦੇ ਪਿਆਰੇ ਨੇ। ਕੌਣ? ਜੋ ਰੱਬ ਦੀ ਰਜਾ ਵਿੱਚ ਤੁਰਦੇ ਨੇ। ਇਸ ਦੁਨੀਆ ਦੇ ਉੱਤੇ ਕਰੋੜਾਂ ਜੀਵ ਜੰਤ ਨੇ, ਹਰ ਇੱਕ ਦੀ ਆਪਣੀ ਆਪਣੀ ਵਿਚਾਰ ਹੈ। ਕੋਈ ਪੁਜਾਰੀ ਹੈ, ਕੋਈ ਕੁਛ ਹੈ, ਜੋ ਅਸੀਂ ਇਸ ਸ਼ਲੋਕ ਦੇ ਵਿੱਚ, ਅਸ਼ਟਪਦੀ ਦੇ ਵਿੱਚ ਵਿਚਾਰ ਆਏ ਹਾਂ। ਤੇ ਮੂਲ ਤੱਤ ਕੀ ਹੈ ਕਿ ਉਹ ਕਰੋੜਾਂ ਦੇ ਵਿੱਚੋਂ ਜੋ ਲੋਕ ਰੱਬੀ ਰਜਾ ਵਿੱਚ ਤੁਰਦੇ ਨੇ, ਰੱਬ ਦੇ ਗੁਣ ਗਾਉਂਦੇ ਨੇ, ਰੱਬ ਦੇ ਭਾਣੇ ਅਨੁਸਾਰ ਜ਼ਿੰਦਗੀ ਜਿੰਦੇ ਨੇ, ਔਰ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਦੇ ਵਿਕਾਰਾਂ ਤੋਂ ਅਲੇਪ ਰਹਿੰਦੇ ਨੇ, ਅਸਲ ਦੇ ਅੰਦਰ ਉਹ ਰੱਬ ਦੇ ਪਿਆਰੇ ਨੇ। ਉਹਨਾਂ ਦਾ ਆਤਮਿਕ ਜੀਵਨ ਬਚਿਆ ਰਹਿੰਦਾ ਹੈ। ਉਹ ਆਤਮਿਕ ਮੌਤੇ ਨਹੀਂ ਮਰਦੇ, ਉਹਨਾਂ ਦੀ ਜ਼ਿੰਦਗੀ ਨਰਕ ਨਹੀਂ ਬਣਦੀ, ਉਹਨਾਂ ਦਾ ਜੀਵਨ ਹੀ ਸਵਰਗ ਹੋ ਜਾਂਦਾ ਹੈ। ਉਹ ਜਿਉਂਦੇ ਹੀ ਮੁਕਤ ਹੋ ਜਾਂਦੇ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ।